ਕਿ EMPLOYER also has to be more aware ਕਿ ਵੀ ਜੇ ਕੋਈ ਇਮੀਗ੍ਰੈਂਟਸ ਬਾਹਰੋਂ ਆ ਰਿਹਾ ਇਹਦਾ ਮਤਲਬ ਇਹ ਨਹੀਂ ਕਿ ਉਹਦੇ ਕੋਲ ਟੈਲੈਂਟ ਦੀ ਕਮੀ ਹੈ। ਐਂਡ ਇਨ ਆਰਡਰ ਫॉर ਅਸ ਟੂ ਸਰਵਾਈਵ ਸਪੈਸ਼ਲੀ ਇਨ ਕੈਨੇਡਾ ਐਂਡ ਨਾਊਅਡੇਜ਼ ਜਿੱਥੇ ਮਹਿੰਗਾਈ ਇੰਨੀ ਜ਼ਿਆਦਾ ਹੋ ਗਈ ਆ ਜੇ ਤੁਹਾਡੀ ਇਨਕਮ ਫੈਮਿਲੀ ਇਨਕਮ 100,000 ਪਲੱਸ ਨਹੀਂ ਆ ਯੂ ਕੈਨ ਨਾਟ ਈਵਨ ਸਰਵਾਈਵ। ਪਰ ਜਿਹੜਾ ਸਟੂਡੈਂਟ ਆ ਰਿਹਾ ਆ ਕਿ ਉਹ ਵਾਕਈ ਉਹਨੂੰ ਪਤਾ ਨਹੀਂ ਬਿਲਕੁਲ ਵੀ ਜੇ ਤੁਸੀਂ ਇੰਡੀਆ ਤੋਂ ਇੰਨੀ ਦੂਰ ਜੋ ਆ ਰਹੇ ਆ ਤੁਹਾਨੂੰ ਪਤਾ ਆ ਨਾਓ ਐਵਰੀਥਿੰਗ ਇਜ਼ ਅਵੇਲੇਬਲ ਔਨ ਦਾ ਇੰਟਰਨੈਟ ਕਿ ਵੀ ਕਿਹੜੀ ਇੰਡਸਟਰੀ ਦੇ ਵਿੱਚ ਜੌਬਸ ਹੈਗੀਆਂ ਕਿੱਥੇ ਨਹੀਂ ਹੈਗੀਆਂ। ਤੁਸੀਂ ਬਿਜ਼ਨਸ ਵਿੱਚ ਆਉਂ ਹੀ ਕਿਉਂ ਰਹੇ ਆ ਇਹ ਨਹੀਂ ਕਿ ਉੱਥੇ ਬਿਲਕੁਲ ਨਹੀਂ ਆ। ਜੇ ਤੁਸੀਂ ਨਵੇਂ ਇਮੀਗ੍ਰੈਂਟਸ ਹੈਗੇ ਆ ਜਾਂ ਬੱਚੇ ਤੁਸੀਂ ਨਵੇਂ ਆ ਰਹੇ ਆ ਤਾਂ ਤੁਹਾਨੂੰ ਪਤਾ ਹੈ ਕਿ ਵੀ ਇਹਦੇ ਵਿੱਚ ਜੇ 2 ਜੌਬਾਂ ਆ ਤਾਂ ਬਾਕੀ ਇੰਡਸਟਰੀ ਵਿੱਚ 10 ਆ ਤਾਂ ਤੁਸੀਂ 10 ਵਾਲੇ ਵਿੱਚ ਜਾਓ ਨਾ। ਜ਼ਿਆਦਾ ਤੋਂ ਜ਼ਿਆਦਾ ਲੋਕ ਬੁਲਾਉਣੇ ਪੈ ਰਹੇ ਨੇ ਇਮੀਗ੍ਰੇਸ਼ਨ ਨੂੰ। ਉਹ ਜਸਟੀਫਾਈ ਜਦੋਂ ਕਰਦੇ ਨੇ ਨੰਬਰਸ ਨੂੰ ਅਤੇ ਉਹਦੇ 'ਚ ਸਭ ਤੋਂ ਵੱਡੀ ਆਰਗੂਮੈਂਟ ਇਹ ਹੁੰਦੀ ਹੈ ਕਿ ਜੀ ਬਿਜ਼ਨਸਿਸ ਨੇ ਹਾਹਾਕਾਰ ਮੱਚੀ ਹੋਈ ਹੈ ਪੂਰੇ ਕੰਟਰੀ 'ਚ, ਬਿਜ਼ਨਸਿਸ ਨੂੰ ਵਰਕਰਸ ਨਹੀਂ ਲੱਭ ਰਹੇ। ਪਰ ਜਦੋਂ ਅਸੀਂ ਆਪਣੀ ਕਮਿਊਨਿਟੀ 'ਚ ਆਲੇ ਦੁਆਲੇ ਤੋਂ ਗੱਲਾਂ ਕਰਦੇ ਹਾਂ ਅਤੇ ਬਹੁਤ ਸਾਰੇ ਲੋਕਾਂ ਤੋਂ ਇਹ ਸੁਣਦਾ ਜੀ ਕਿ ਸਾਨੂੰ ਕੰਮ ਨਹੀਂ ਮਿਲ ਰਿਹਾ, ਸਾਨੂੰ ਜੋਬ ਨਹੀਂ ਮਿਲ ਰਹੀ। ਲਾਈਨਾਂ ਦੀਆਂ ਫੋਟੋਆਂ ਆਈਆਂ ਨੇ, ਲਾਈਨ ਅਪ ਬਿਗ ਲਾਈਨ ਅਪ ਬਹੁਤ ਸਾਰੀਆਂ ਜਿਹੜੇ ਚੇਨਸ 'ਤੇ। ਫਿਰ ਵਿੱਚ ਇੱਕ ਇੰਟਰਪ੍ਰੀਟੇਸ਼ਨ ਕੁਛ ਪੜ੍ਹੇ ਲਿਖੇ ਬੰਦੇ ਦਿੰਦੇ ਨੇ। ਇਹ ਕਹਿੰਦੇ ਜੀ ਇਹ ਤਾਂ ਤੁਸੀਂ ਇੱਕ ਖਾਸ ਸੈਗਮੈਂਟ ਦੀ ਗੱਲ ਕਰ ਰਹੇ ਹੋ, ਤੁਹਾਨੂੰ ਲੋਕ ਇੱਥੇ ਜਿਹੜੇ ਫੋਨ ਕਰਦੇ ਨੇ ਮਿਲਦੇ ਨਹੀਂ, ਇੱਕ ਖਾਸ ਤਰ੍ਹਾਂ ਦੇ ਲੋਕ ਨੇ। ਪਰ ਕੁਛ ਹੋਰ ਵੱਡੇ ਕਾਰਪੋਰੇਟ ਸੈਕਟਰ ਨੇ ਵੱਡੇ ਵੱਡੇ ਸ਼ਹਿਰਾਂ 'ਚ, ਵੱਡੇ ਵੱਡੇ ਦੂਸਰੇ ਸੂਬਿਆਂ 'ਚ ਜਿੱਥੇ ਰੀਅਲੀ ਨੀਡ ਹੈ ਵਰਕਰ ਦੀ ਜ਼ਰੂਰਤ ਹੈ। ਸੋ ਇਹ ਜਿਹੜੀਆਂ ਬੁਝਾਰਤਾਂ ਨੇ ਇਹਨਾਂ ਨੂੰ ਅਸੀਂ ਥੋੜ੍ਹਾ ਰਿਜ਼ੋਲਵ ਕਰਨ ਦੀ ਕੋਸ਼ਿਸ਼ ਕਰਨੀ। ਸਾਡੇ ਨਾਲ ਇਸ ਵੇਲੇ ਸਟੂਡੀਓ 'ਚ ਕਮਲਜੀਤ ਬਲ ਨੇ ਜਿਹੜੇ ਕਿ ਜਿਹੜਾ CIMT ਕਾਲਜ ਦੇ ਪ੍ਰੈਜ਼ੀਡੈਂਟ ਨੇ ਅਤੇ ਇਹ ਜਿਹੜੇ ਇਸ਼ੂਜ਼ ਨੇ ਇਹਨਾਂ ਨਾਲ ਉਹਨਾਂ ਦਾ ਆਪਣਾ ਵੀ ਵਾਹ ਰਹਿੰਦਾ। ਸੋ ਉਹਨਾਂ ਨਾਲ ਗੱਲਬਾਤ ਕਰਾਂਗੇ ਕਿਹੜੇ ਸੈਕਟਰ ਨੇ ਜਿੱਥੇ ਸੱਚੀ ਮੁੱਚੀ ਇਸ ਵੇਲੇ ਵਰਕਰਸ ਦੀ ਲੋੜ ਹੈ। ਹਾਂਜੀ ਕਮਲਜੀਤ ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਥੈਂਕ ਯੂ ਸ਼ਮੀਲ ਜੀ, ਥੈਂਕ ਯੂ। ਅੱਛਾ, ਅਕਸਰ ਇਹ ਸਾਨੂੰ ਇਹ ਦੋਨੇ ਤਰ੍ਹਾਂ ਦੇ ਕਾਮੈਂਟ ਆਰਗੂਮੈਂਟ ਸਾਡੇ ਜਿਹੜੇ ਲਿਸਨਰ ਨੇ ਉਹਨਾਂ 'ਚ ਵੀ ਇਹ ਚੱਲਦੀ ਹੈ ਕਿ ਇੱਕ ਕਹਿੰਦਾ ਜੀ ਜ਼ਿਆਦਾਤਰ ਵੈਸੇ ਜਿਹੜੇ ਲਿਸਨਰ ਦੇ ਮੈਸੇਜ ਨੇ ਉਹ ਤਾਂ ਇਹੀ ਹੁੰਦੇ ਨੇ ਕਿ ਜੀ ਕੋਈ ਸ਼ਾਰਟੇਜ ਨਹੀਂ, ਸਾਨੂੰ ਤਾਂ ਉਲਟੇ ਪਾਸਿਓਂ ਸ਼ਾਰਟੇਜ ਹੈ ਵੀ ਜਿਹੜੇ ਕੰਮ ਨਹੀਂ ਮਿਲ ਰਿਹਾ ਲੋਕਾਂ ਨੂੰ। ਜੀ ਜੀ। ਅਤੇ ਕਿਹੜੇ ਸੈਕਟਰ ਨੇ ਤੁਸੀਂ ਫਿਰ ਜੇ ਆਪਾਂ ਆਈਡੈਂਟੀਫਾਈ ਕਰਕੇ ਕੁਛ ਸੈਕਟਰ 'ਤੇ ਗੱਲ ਕਰਦੇ ਭਾਵੇਂ 2 3 4 ਜਿੰਨੇ ਵੀ ਹੋਣ, ਜੀ ਕਿਹੜੇ ਸੈਕਟਰਸ ਨੇ ਤੁਸੀਂ ਜਿੱਥੇ ਸਮਝਦੇ ਹੋ ਕਿ ਤੁਸੀਂ ਕਹਿ ਸਕਦੇ ਹੋ ਦਾਅਵੇ ਨਾਲ ਕਿ ਇੱਥੇ ਵਰਕਰਸ ਦੀ ਸ਼ਾਰਟੇਜ ਹੈ? 2 ਚੀਜ਼ਾਂ ਹੈ ਜੀ। ਇੱਕ ਤਾਂ ਤੁਸੀਂ ਵਰਡ ਯੂਜ਼ ਕੀਤਾ ਜੀ ਲੇਬਰ ਸ਼ਾਰਟੇਜ, ਤਾਂ ਸੈਕਿੰਡ ਹੈਗੀ ਆ ਸਕਿਲਡ ਲੇਬਰ ਸ਼ਾਰਟੇਜ। ਦੀਜ਼ ਆਰ 2 ਡਿਫਰੈਂਟ ਥਿੰਗਸ। ਮੇਰੇ ਖਿਆਲ ਦੇ ਨਾਲ ਮੈਨੂੰ ਜਿੰਨਾ ਕੁ ਇਨਫੋਰਮੇਸ਼ਨ ਹੈ ਉਹਦੇ ਹਿਸਾਬ ਦੇ ਨਾਲ ਸ਼ਾਰਟੇਜ ਹੈਗੀ ਆ ਜੀ ਸਕਿਲਡ ਲੇਬਰ ਸ਼ਾਰਟੇਜ ਆ, ਨਾਟ ਕਿ ਲੇਬਰ ਸ਼ਾਰਟੇਜ। ਲੇਬਰ ਸ਼ਾਰਟੇਜ ਵੀ ਹੈਗੀ ਆ, ਮਤਲਬ ਸਕਿਲਡ ਲੇਬਰ ਦੇ ਵਿੱਚ ਜ਼ਿਆਦਾ ਆ। ਸੋ ਇੱਕ ਤਾਂ ਇਹ ਚੀਜ਼ ਹੋ ਗਈ ਜੀ ਸਕਿਲਡ ਲੇਬਰ, ਕਿਉਂਕਿ ਓਬਵੀਅਸਲੀ ਜਿਹੜੀਆਂ ਅੱਗੇ ਵੀ ਜੋਬਸ ਆ ਰਹੀਆਂ ਆ, ਜਿਸ ਤਰ੍ਹਾਂ ਦੀਆਂ ਜੋਬ ਪੋਜੀਸ਼ਨਸ ਓਪਨ ਹੈਗੀਆਂ ਆ, employers are looking for more skilled and more experienced people, right? ਤਾਂ ਜਿਹੜੀਆਂ ਅਸੀਂ ਸ਼ੋਰਟੇਜ ਆਫ ਜੋਬ, ਜਿਹੜੀਆਂ ਔਡ ਜੋਬ ਕਹਿ ਲਈਏ, ਤੁਹਾਡੇ ਸਵਾਲ ਦਾ ਜਵਾਬ ਹੈ ਕਿ ਕਿਹੜੀ ਇੰਡਸਟਰੀ ਹੈ ਜਿੱਥੇ ਵਾਕਈ ਘੱਟ ਹੈਗੀਆਂ ਜਾਂ ਸ਼ੋਰਟੇਜ ਆਫ ਲੇਬਰ ਹੈਗੀ ਆ। ਹੁਣ ਯੂ ਲੁੱਕ ਐਟ ਦ ਰੀਟੇਲ ਸੈਕਟਰ, ਕੈਸ਼ੀਅਰਸ ਕਹਿ ਲਓ, ਆਪਣੇ ਮੋਹਰੇ ਜਾਂ ਤੁਸੀਂ ਕਿਸੇ ਵੀ ਹੋਮ ਡਿਪੋ ਗਰੋਸਰੀ ਸਟੋਰ ਵਿੱਚ ਚਲ ਜਾਓ। ਅਰਲੀਅਰ the cashiers used to be occupied lot of jobs. ਬੇਸ਼ੱਕ ਉਹਨਾਂ ਦੇ ਮਿਨੀਮਮ ਵੇਜਸ ਹੀ ਹੁੰਦੇ ਸੀਗੇ ਪਰ ਜੋਬ ਸੀਗੀਆਂ ਉੱਥੇ। that has been replaced. ਜੇ ਕਿਤੇ ਵਾਲਮਾਰਟ ਦੇ ਵਿੱਚ 10 ਕਾਊਂਟਰ ਓਪਨ ਹੁੰਦੇ ਸੀਗੇ, ਅੱਜ ਉੱਥੇ 1 ਜਾਂ 2 ਹੈਗੇ ਆ। it's been automated actually. those jobs are vanished. secondly ਤੁਸੀਂ ਆਪਾਂ ਜੇ ਲਾਈਕ ਦੂਸਰੇ ਪਾਸੇ ਟਰਾਂਸਪੋਰਟੇਸ਼ਨ ਦੇ ਵਿੱਚ ਵੀ ਦੇਖੀਏ, ਟੈਕਸੀ ਇੰਡਸਟਰੀ ਵਿੱਚ ਦੇਖੀਏ, ਊਬਰ ਆਇਆ, ਉਹਨੇ ਚੇਂਜ ਕਰਤੀਆਂ ਚੀਜ਼ਾਂ। ਪਹਿਲਾਂ ਤਾਂ ਇੰਡਸਟਰੀ ਨੂੰ ਕਾਫੀ ਇੰਪੈਕਟ ਕੀਤਾ ਉਹਨਾਂ ਨੇ, ਐਂਡ ਫਿਰ ਉਸ ਤੋਂ ਬਾਅਦ ਹੁਣ ਜੇ ਦੇਖੀਏ ਕਿ ਵੀ ਅਸੀਂ ਟਰਾਂਸਪੋਰਟੇਸ਼ਨ ਦੇ ਵਿੱਚ ਵੀ ਜਿਹੜੇ ਡਰਾਈਵਰਸ ਆ ਹਜੇ ਤਾਂ ਹੈਗੇ ਆ ਉਹਨਾਂ ਦੀਆਂ, ਦੇ ਆਰ ਲੁਕਿੰਗ ਫॉर ਡਰਾਈਵਰਸ। ਈਵਨ ਟਰੱਕਿੰਗ ਇੰਡਸਟਰੀ ਦੇ ਵਿੱਚ ਆਪਾਂ ਨੂੰ ਪਤਾ ਕਿ ਆਪਣੀ ਕਮਿਊਨਿਟੀ ਕਾਫੀ ਇਹਦੇ ਵਿੱਚ ਹੈਗੀ ਆ। ਹਜੇ ਤਾਂ ਅਸੀਂ ਦੇਖਦੇ ਸੀਗੇ ਪੈਂਡੈਮਿਕ ਦੇ ਵਿੱਚ ਉਹਨਾਂ ਦੀ ਡਿਮਾਂਡ ਹੋਰ ਵੱਧ ਗਈ ਸੀਗੀ, ਵੇਜਸ ਵੀ ਵੱਧ ਗਏ ਸੀਗੇ। But do you think that it will be like this? No. Eventually transportation, especially the drivers, the technology ਜਿਸ ਹਿਸਾਬ ਦੇ ਨਾਲ ਮੂਵ ਹੋ ਰਹੀ ਹੈ, it will be obsolete one day. It will change. Automations ਕਿਤੇ ਨਾ ਕਿਤੇ ਤਾਂ ਇੰਪੈਕਟ ਆਊਗਾ ਹੀ ਆਊਗਾ ਨਾ। ਇਹ ਤਾਂ ਆਪਾਂ ਅੱਗੇ ਦੀ ਚੀਜ਼ ਦੇਖ ਰਹੇ ਹਾਂ। ਜੇ ਇਹਨੂੰ ਥੋੜ੍ਹਾ ਜਿਹਾ ਪਿੱਛੇ ਝਾਤ ਮਾਰ ਕੇ ਦੇਖੀਏ, ਜਦੋਂ ਫਾਊਂਡਰੀਜ਼ ਸੀਗੀਆਂ ਇੰਗਲੈਂਡ ਦੇ ਵਿੱਚ ਸ਼ੁਰੂ ਹੋਈਆਂ ਸੀਗੀਆਂ,
ਤੇ ਸੋ ਮੈਨੀ ਕਿੱਥੇ ਗਈਆਂ ਜੀ ਫਾਊਂਡਰੀਜ਼, ਮੈਨੂਫੈਕਚਰਿੰਗ ਪਲਾਂਟ ਦੀਆਂ ਜੌਬਸ ਕਿੱਥੇ? ਇਹ ਗੱਲ ਤੁਹਾਡੀ ਠੀਕ ਹੈ ਕਿ ਜਿਹੜਾ ਟ੍ਰੈਂਡ ਹੈ, ਜਿਹੜੀ ਇਕੋਨਮੀ 'ਚ ਜਾਂ ਟੈਕਨੋਲੋਜੀ ਕਰਕੇ ਜਿਹੜੀਆਂ ਚੇਂਜਸ ਆ ਰਹੀਆਂ ਨੇ, ਉਹ ਤਾਂ ਚਲੋ ਇੱਕ ਸੈਪਰੇਟ ਚੀਜ਼ ਹੈ। ਪਰ ਇਸ ਵੇਲੇ ਕਿਹੜੇ ਸੈਕਟਰ ਨੇ ਕੈਨੇਡਾ 'ਚ ਜਿੱਥੇ ਜਿਹੜੇ ਕੰਪਨੀਜ਼ ਨੇ ਜਾਂ ਬਿਜ਼ਨਸਿਸ ਨੇ, ਉਹਨਾਂ ਨੂੰ ਜਿਹੜੇ ਵਰਕਰ ਚਾਹੀਦੇ ਨੇ ਉਹ ਨਹੀਂ ਮਿਲ ਰਹੇ? ਹੈਲਥ ਕੇਅਰ ਸਿਸਟਮ, ਹੈਲਥ ਕੇਅਰ। ਅੱਛਾ, ਹੈਲਥ ਕੇਅਰ ਦੇ ਵਿੱਚ ਕਿਸ ਤਰ੍ਹਾਂ ਦੇ? ਹੈਲਥ ਕੇਅਰ ਦੇ ਵਿੱਚ you look at the doctors, nurses, personal support workers, medical lab technicians. There are so many human services actually ਜਿਹੜੇ these companies or these ਅਦਾਰੇ ਜਿਹੜੇ ਇਹਨਾਂ ਨੂੰ ਆਪਣੇ ਪ੍ਰੋਫੈਸ਼ਨਲਸ ਨਹੀਂ ਮਿਲ ਰਹੇ। there is a shortage of this actually. So health care is one of them. ਪਰ ਉਹਦੀ ਇੱਕ ਇੰਟਰਪ੍ਰੀਟੇਸ਼ਨ ਇਹ ਦਿੱਤੀ ਜਾਂਦੀ ਹੈ ਜੀ ਕਿ ਕੈਨੇਡਾ ਦੇ ਅੰਦਰ ਡਾਕਟਰ ਟ੍ਰੇਨ ਜਿਹੜੇ ਲਈ ਜਾਂ ਹੋਰ ਜਿਹੜੇ ਹੈਲਥ ਪ੍ਰੋਫੈਸ਼ਨਲ ਟ੍ਰੇਨ ਕਰਨ ਲਈ ਜੀ, ਉਹ ਇਹਨਾਂ ਨੇ ਲਿਮਿਟ ਕੀਤਾ ਹੋਇਆ, ਉਹਨੇ ਬੰਦੇ ਪ੍ਰੋਡਿਊਸ ਨਹੀਂ ਕਰ ਰਹੇ, ਬਾਹਰੋਂ ਆਇਆਂ ਨੂੰ ਹਾਇਰ ਨਹੀਂ ਕਰਦੇ। ਉਹ ਆਪਣੇ ਆਪ ਦੇ ਵਿੱਚ ਬਿਲਕੁਲ ਐਗਰੀ ਕਰਦੇ ਹਨ, ਪਰ ਇਸ ਕਰਕੇ ਕ੍ਰਾਈਸਿਸ ਹੈ ਡਾਕਟਰਸ ਲਈ। ਹਾਂਜੀ, ਆਪਾਂ ਇੱਕ ਬਲੈਂਕਟ ਨੂੰ ਹਰੇਕ ਸੇ ਨਹੀਂ ਪਾ ਸਕਦੇ ਕਿਉਂਕਿ ਉਹਦੇ ਵਿੱਚ ਵੀ ਅਲੱਗ-ਅਲੱਗ ਆਕੂਪੇਸ਼ਨਸ ਹੈਗੀਆਂ। ਸੋ ਡਾਕਟਰਸ ਇਜ਼ ਡੈਫੀਨਿਟਲੀ ਕਿ ਉਹਨਾਂ ਦੇ ਕ੍ਰੈਡੈਂਸ਼ੀਅਲਸ ਨੂੰ ਰਿਕਗਨੀਸ਼ਨਸ ਨਹੀਂ ਮਿਲ ਰਹੀ, ਰਾਈਟ? So that is where the government and the private sector has to work together to solve this problem, actually, right? ਉਹਨੂੰ ਅੱਗੇ ਅਸੀਂ ਨਰਸਿੰਗਸ ਦੇ ਵਿੱਚ ਵੀ ਦੇਖ ਲਈਏ ਸਿਮਿਲਰਲੀ ਦੈਟ ਕਿ ਇੰਪਲੋਇਰ ਆਲਸੋ ਹੈਜ਼ ਟੂ ਬੀ ਮੋਰ ਅਵੇਅਰ ਕਿ ਵੀ ਜੇ ਕੋਈ ਇਮੀਗ੍ਰੈਂਟਸ ਬਾਹਰੋਂ ਆ ਰਿਹਾ ਇਹਦਾ ਮਤਲਬ ਇਹ ਨਹੀਂ ਕਿ ਉਹਦੇ ਕੋਲ ਟੈਲੈਂਟ ਦੀ ਕਮੀ ਹੈ। ਸੋ employers has to be more aware. They have to be trusting the new migrants as well. The new migrants ਨੂੰ ਵੀ ਚਾਹੀਦਾ ਹੈ ਕਿ they have to possessing those skills ਸਿਰਫ ਉਹਨਾਂ ਨਹੀਂ ਕੰਮ ਪੜ ਜਾਣਾ। You have to have experience and expertise in that field and on top of that ਤੁਹਾਡੀਆਂ interpersonal skills ਵੀ ਹੋਣੀਆਂ ਚਾਹੀਦੀਆਂ। ਗੱਲ ਤਾਂ ਤੁਹਾਡੀ ਗੱਲ 100% ਸਹੀ ਹੈ ਜੀ, ਪਰ ਇੱਥੇ ਜਿਹੜੀ ਇਹ ਸ਼ਾਰਟੇਜ ਹੈ ਇਹਨੂੰ ਅਸੀਂ ਕਿਵੇਂ ਇੰਟਰਪ੍ਰੀਟ ਕਰੀਏ? ਕਹਿੰਦੇ ਨੇ ਕਿ ਹੈਲਥ ਸੈਕਟਰ 'ਚ ਸ਼ਾਰਟੇਜ ਹੈ ਜੀ ਵਰਕਰਸ ਦੀ। ਹਾਂਜੀ, ਪਰ ਉਹ ਸ਼ਾਰਟੇਜ ਦਾ ਹੁਣ ਕਾਰਨ ਇਹ ਹੈ ਵੀ ਜਿਨ੍ਹਾਂ ਕੋਲ ਜਿਹੜੇ ਸਕਿੱਲ ਵਾਲੇ ਤੁਰੇ ਫਿਰਦੇ ਨੇ ਉਹਨਾਂ ਨੂੰ ਉਹ ਰੈਕਗਨਾਈਜ਼ ਕਰਨ ਲਈ ਤਿਆਰ ਨਹੀਂ। ਕੈਨੇਡਾ 'ਚ ਜਿਹੜੀਆਂ ਹੁਣ ਉਹਨਾਂ ਨੂੰ ਉਹ ਕੰਟਰੋਲਡ ਹੈ, ਉਹ ਸੀਟਾਂ ਹੀ ਲਿਮਟਡ ਨੇ। ਨਹੀਂ, ਆਪਾਂ ਜੇ ਡਾਕਟਰਸ ਨੂੰ ਥੋੜ੍ਹਾ ਜਿਹਾ ਸਾਈਡ ਕਰ ਦਈਏ ਵੀ ਨੋ ਦੈਟ ਪ੍ਰੋਬਲਮ, ਤਾਂ ਜੇ ਬਾਕੀ ਕਿਉਂਕਿ ਡਾਕਟਰਸ ਡਜ਼ ਨਾਟ ਹੈਲਥ ਕੇਅਰ ਸਿਸਟਮ ਦੇ ਵਿੱਚ ਡਾਕਟਰ ਹੋਰ ਜਿਵੇਂ ਬਾਕੀ ਜਿਹੜੇ ਨਰਸਿੰਗ 'ਚ ਕੋਈ ਪ੍ਰੋਬਲਮ ਨਹੀਂ ਹੈ। ਨਰਸਿੰਗ ਵਿੱਚ ਕੋਈ ਪ੍ਰੋਬਲਮ ਨਹੀਂ ਉੱਥੇ, ਤੁਹਾਨੂੰ ਲੱਗਦਾ ਵੀ ਉੱਥੇ ਅਜੇ ਵੀ ਜ਼ਰੂਰਤ ਹੈ? ਦੇयर ਇਜ਼ ਅ ਰੋਡ ਮੈਪ ਟੂ ਐਕਚੁਅਲੀ ਜਿਹੜੀਆਂ ਨਰਸਿਸ ਆ ਰਹੀਆਂ, ਤੁਸੀਂ ਦੱਸੋ ਕਿ ਵੀ ਵਾਕਈ ਜੋ ਵਾਕਈ ਐਜ਼ ਏ ਨਰਸ ਦੇ ਤੌਰ 'ਤੇ ਕੰਮ ਕਰਨਾ ਚਾਹ ਰਿਹਾ ਆ ਕਿ ਉਸ ਲਾਈਨ ਦੇ ਵਿੱਚ ਚਲੇ ਗਿਆ ਕਿ ਨਹੀਂ ਚਲੇ ਗਿਆ। ਹਾਂ, ਇਹ ਐਕਸਪੈਕਟੇਸ਼ਨ ਨਹੀਂ ਹੋਣੀ ਚਾਹੀਦੀ ਕਿ ਜੇ ਮੈਂ ਬਾਹਰੋਂ ਐਜ਼ ਏ ਨਰਸਿੰਗ ਕਰਕੇ ਆਇਆ ਤਾਂ ਮੈਨੂੰ ਇੱਥੇ ਨਰਸਿੰਗ ਹੀ ਮਿਲ ਜਾਵੇ। there is a pathways to it actually. Start with this actually. Think of a smaller personal support worker and the wages are even higher as well, right? So this is more of an understanding and approach ਨੂੰ ਵੀ ਸਮਝਣ ਦੀ ਲੋੜ ਹੈ ਕਿ ਵੀ ਕਿਸ ਚੀਜ਼ ਦੀ ਗੱਲ ਕਰ ਰਹੇ ਹਾਂ, ਕਿਸ ਆਕੂਪੇਸ਼ਨ ਦੀ ਗੱਲ ਕਰ ਰਹੇ ਹਾਂ। ਹੈਲਥ ਸੈਕਟਰ 'ਚ ਹੋਰ ਕਿਹੜੀਆਂ ਜੌਬਸ ਨੇ ਜਿੱਥੇ ਲੱਗਦਾ ਵੀ ਬਹੁਤ ਕਮੀ ਆ? ਆਈ ਥਿੰਕ ਹੈਲਥ ਸੈਕਟਰ ਦੇ ਵਿੱਚ ਮਿਲ ਜੀ ਕੋਈ ਵੀ ਇਸ ਤਰ੍ਹਾਂ ਦੀ ਨਹੀਂ ਹੈਗੀ ਜਿੱਥੇ ਨਹੀਂ ਹੋਵੇ। ਮੈਡੀਕਲ ਲੈਬ ਟੈਕਨੀਸ਼ੀਅਨਸ ਕਰ ਲਓ, ਮਸਾਜ ਥੈਰੇਪਿਸਟ ਕਰ ਲਓ, ਤੁਸੀਂ ਆਪ ਪਰਸਨਲ ਕਿਸੇ ਨੂੰ ਜਾਣਦੇ ਆ ਕਿ ਜਿਨ੍ਹਾਂ ਨੇ ਕੁਛ ਕੀਤਾ ਹੋਵੇ ਜਾਂ ਉਹਨਾਂ ਕੋਈ ਸਕਿੱਲਸ ਹੋਣ ਕਿ ਘਰੇ ਬੈਠਾ ਹੋਵੇ, ਠੀਕ ਹੈ, ਉਹਨਾਂ ਦੇ ਆਪਣੇ ਪਰਸਨਲ ਰੀਜ਼ਨ ਹੋ ਸਕਦੇ ਆ, ਅਦਰਵਾਈਜ਼ ਨਾਟ। ਸੋ ਕਾਫੀ ਇਹ ਵਾਸਟ ਏਰੀਆ, ਇਹਦੇ ਜਿੰਨੀਆਂ ਵੀ ਸਕਿੱਲਸ ਨੇ ਜੀ, ਜੇ ਕੋਈ ਉਹਨਾਂ 'ਚ ਆਪਣੇ ਆਪ ਨੂੰ ਕਰਦਾ ਤੇ ਉਹਨੂੰ ਕੋਈ ਪ੍ਰੋਬਲਮ ਨਹੀਂ ਹੋਵੇ। ਇਸ ਤੋਂ ਬਿਨਾਂ ਫਿਰ ਸੈਕੰਡ ਸੈਕਟਰ ਕਿਹੜਾ? ਕੰਸਟਰਕਸ਼ਨ, ਅੱਛਾ, ਟ੍ਰੇਡਸ, ਸਕਿਲਡ ਟ੍ਰੇਡ ਅਗੇਨ, you talk about electricians, plumbers, HVACs, construction trades, construction worker ਦੇ ਵਿੱਚ ਲੈ ਲਓ। construction worker ਦੇ ਵਿੱਚ there's tons of them actually, starting from welding to ਲੈ ਕੇ ਤੁਸੀਂ ਟਾਈਲ ਜਿਹੜੇ ਲਾਉਂਦੇ ਹੈਗੇ ਆ, ਜਿਹੜੇ ਪੇਂਟਰ ਹੈਗੇ ਆ, there's so many of them ਕਿਉਂਕਿ ਕੈਨੇਡਾ ਦੇ ਵਿੱਚ ਥਰਡ ਲਾਰਜੈਸਟ ਜਿਹੜੀ ਇੰਡਸਟਰੀ ਆ ਉਹ ਕੰਸਟਰਕਸ਼ਨ ਹੈ, ਰਾਈਟ? ਸੋ ਦਿਸ ਇੰਡਸਟਰੀ ਜਾਂ ਇਹ ਜਿਹੜਾ ਸੈਕਟਰ ਹੈਗਾ ਇਹਦੇ ਵਿੱਚ ਵੀ there is a huge demand। ਹੁਣ ਆਪਾਂ ਕਈ ਵਾਰੀ ਸੋਚਦੇ ਹਾਂ ਕਿ ਡਿਮਾਂਡ ਜੇ ਹੈਗੀ ਹੈ, ਇਸ ਕਰਕੇ ਕੀ ਹੁੰਦਾ ਕਿ ਜੇ ਮੈਂ ਕੰਸਟਰਕਸ਼ਨ ਵਰਕਰ ਹੈਗਾ ਆ, ਮੈਨੂੰ ਪਤਾ ਹੋਵੇ ਜੀ ਮੇਰੀ ਡਿਮਾਂਡ ਹੈਗੀ ਆ, ਤਾਂ ਮੈਂ ਕਹਿੰਦਾ ਮੈਂ $25 ਘੰਟੇ 'ਚ ਨਹੀਂ ਕੰਮ ਕਰਨਾ, ਮੈਂ ਤਾਂ 40 ਲੈਣੇ ਆ, ਰਾਈਟ? ਹੁਣ ਜੇ ਕੰਸਟਰਕਸ਼ਨ ਜਿਹੜੀ ਕੰਪਨੀ ਆ ਜਾਂ ਜਿਹੜੀ ਵੀ ਬਿਲਡਰ ਆ, ਇਫ ਦੇ ਵਾਂਟ ਟੂ, ਉਹਨਾਂ ਨੇ ਤਾਂ ਕਰਨਾ ਆਪਣਾ ਪ੍ਰੋਜੈਕਟ, ਉਹਨਾਂ ਨੇ ਤਾਂ $40 ਮੈਨੂੰ ਪੇ ਕਰਨਗੇ, ਤਦ ਹੀ ਅੱਗੇ ਉਹ ਘਰ ਬਣਾ ਸਕਣਗੇ ਨਾ, ਟੂ ਸਟਾਰਟ ਵਿਦ। ਓਬਵੀਅਸਲੀ ਜੇ ਉਹ ਘਰ ਦੀ ਜੇ ਕੋਸਟ ਹੀ ਵੱਧ ਰਹੀ ਆ ਤੇ ਫਿਰ ਉਹਨਾਂ ਨੇ ਵੇਚਣਾ ਵੀ ਉਹਦੇ ਹਿਸਾਬ ਦੇ ਨਾਲ ਹੀ ਆ। ਸੋ ਦੇ ਆਲ ਆਰ ਇੰਟਰ ਰਿਲੇਟਡ। ਬਟ ਕਮਿੰਗ ਬੈਕ ਟੂ ਦ ਕੁਐਸ਼ਨਸ ਕਿ ਕੰਸਟਰਕਸ਼ਨ ਇਜ਼ ਅਨਦਰ ਇੰਡਸਟਰੀ ਕਹਿ ਲਓ ਜਾਂ ਸੈਕਟਰ ਕਹਿ ਲਓ ਜਿੱਥੇ ਦੇਰ ਇਜ਼ ਅ ਹਿਊਜ ਸ਼ੋਰਟੇਜ ਆਫ ਸਕਿਲਡ। ਜਦੋਂ ਵੀ ਆਪਾਂ ਸਕਿਲਡ ਦੀ ਗੱਲ ਕਰਦੇ ਹਾਂ, ਪਹਿਲਾਂ ਆਪਾਂ ਦੇਖੀਏ ਕਿ ਲੇਬਰ ਸ਼ੋਰਟੇਜ ਐਂਡ ਸਕਿਲਡ ਲੇਬਰ ਸ਼ੋਰਟੇਜ। ਅੱਛਾ, ਹੁਣ ਸਕਿਲਡ ਲੇਬਰ ਸ਼ੋਰਟੇਜ ਦੇ ਵਿੱਚ ਵੀ ਇਸ ਤਰ੍ਹਾਂ ਹੈ ਜੀ ਕਿ ਜੇ ਕਿਸੇ ਕੋਲ ਐਕਸਪੀਰੀਅੰਸ ਹੈਗੀ ਆ,
ਇਹ ਜ਼ਰੂਰੀ ਨਹੀਂ ਕਿ ਵੀ ਮੈਂ ਇੱਕ ਸਕਿੱਲ ਐਕਵਾਇਰ ਕਰ ਲਈ ਤਾਂ ਮੈਂ ਜੀ ਆਈ ਵੁੱਡ ਬੀ ਏਬਲ ਟੂ ਸਟਾਰਟ ਮੇਕਿੰਗ ਲੋਟ ਆਫ ਮਨੀ। ਦੈਟ ਇਜ਼ ਅ ਸਟਾਰਟਿੰਗ ਪੁਆਇੰਟ ਟੂ ਦ ਐਕਚੁਅਲੀ ਰਾਈਟ। ਫਿਰ ਉਸ ਤੋਂ ਬਾਅਦ ਹੁੰਦਾ ਹੈ ਕਿ ਵੀ ਜਦੋਂ ਤੁਹਾਡੇ ਕੋਲ ਇੱਕ ਸਟਾਰਟਿੰਗ ਪੁਆਇੰਟ ਹੋ ਗਈ, ਜਿੱਦਾਂ ਦਾ ਤੁਹਾਡਾ ਐਕਸਪੀਰੀਅੰਸ ਐਂਡ ਐਕਸਪਰਟੀਜ਼ ਵੱਧਦੀ ਆ, ਉੱਦਾਂ ਹੀ ਤੁਹਾਡੀਆਂ ਵੇਜਸ ਵਧਣਗੇ। ਐਂਡ ਇਨ ਆਰਡਰ ਫॉर ਅਸ ਟੂ ਸਰਵਾਈਵ ਸਪੈਸ਼ਲੀ ਇਨ ਕੈਨੇਡਾ ਐਂਡ ਨਾਓ ਡੇਜ਼ ਜਿੱਥੇ ਮਹਿੰਗਾਈ ਇੰਨੀ ਜ਼ਿਆਦਾ ਹੋ ਗਈ ਆ, ਜੇ ਤੁਹਾਡੀ ਇਨਕਮ ਫੈਮਿਲੀ ਇਨਕਮ 100,000 ਪਲੱਸ ਨਹੀਂ ਆ, ਯੂ ਕੈਨ ਨਾਟ ਈਵਨ ਸਰਵਾਈਵ। ਸੋ ਤੁਹਾਨੂੰ ਕਰਨਾ ਹੀ ਪੈਣਾ ਆ। ਯੂ ਹੈਵ ਟੂ ਗੈਟ ਇਨ ਟੂ ਦ ਸਕਿਲਡ ਟ੍ਰੇਡਸ ਜਾਂ ਸਕਿਲਸ ਟਾਈਪ ਦੇ ਜੌਬਸ ਦੇ ਵਿੱਚ ਜਾਣਾ ਪੈਣਾ ਹੈ। ਤੁਸੀਂ 2 ਸੈਕਟਰ ਦੀ ਗੱਲ ਕੀਤੀ ਹੈ, ਹੈਲਥ ਐਂਡ ਕੰਸਟਰਕਸ਼ਨ। ਤੀਸਰਾ ਸੈਕਟਰ ਕਿਹੜਾ ਹੈ? ਟੈਕਨੋਲੋਜੀ। ਓਕੇ, ਹਾਂਜੀ। ਟੈਕਨੋਲੋਜੀ ਇਜ਼ ਆਲਸੋ, ਕੈਨੇਡਾ ਇਜ਼ always looking for Canadian the technology ਵਾਲੇ ਪ੍ਰੋਫੈਸ਼ਨਲਸ ਜਿਹੜੇ ਲੱਭਦੇ ਆ। ਹੁਣ ਉਹਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਵੀ ਫਲਾਨੀ ਟਾਈਪ ਦੀ ਆਕੂਪੇਸ਼ਨ ਦੇ ਵਿੱਚ ਜੋਬ ਹੈ ਨਹੀਂ ਜੀ। ਟੈਕਨੋਲੋਜੀ ਅਸੀਂ ਐਜ਼ ਏ ਇੰਡਸਟਰੀ ਦੀ ਗੱਲ ਕਰਦੇ ਹਾਂ, ਸੋ ਦੈਟਸ ਵਾਟ ਆਮ ਟਾਕਿੰਗ ਅਬਾਊਟ। ਹੋ ਸਕਦਾ ਕਿ ਉਹਦੇ ਵਿੱਚ ਕੁਛ ਜਿਹੜੇ ਲੈਟਸ ਸੇ ਫॉर ਡੇਟਾ ਐਂਟਰੀ, ਦੇयर इज नो ਡੇਟਾ ਐਂਟਰੀ ਜੋਬਸ ਹੈ ਨਹੀਂ ਹੁਣ, ਚੇਂਜ ਹੋ ਗਈਆਂ ਨਾ, ਉਹ ਚੀਜ਼ਾਂ ਆਬਸਲੀਟ ਹੋ ਗਈਆਂ। ਵਿਦਿਨ ਦੈਟ ਇੰਡਸਟਰੀ ਚੀਜ਼ਾਂ ਚੇਂਜ ਹੁੰਦੀਆਂ ਰਹਿੰਦੀਆਂ। ਪਰ ਇਫ ਯੂ ਲੁੱਕ ਐਟ ਇਟ, ਸੌਫਟਵੇਅਰ ਡਿਵੈਲਪਰਸ ਅੱਜ ਦੀ ਡੇਟ ਵਿੱਚ ਵੀ ਹਿਊਜ ਇਨ ਡਿਮਾਂਡ, ਨਹੀਂ ਲੱਭਦੇ ਪਏ ਬੰਦੇ। ਡੇਟਾ ਐਨਾਲਿਸਟ ਬਿਲਕੁਲ ਨਹੀਂ ਲੱਭਦੇ ਪਏ ਬੰਦੇ। ਜੋ ਲੱਭਦੇ ਵੀ ਪਏ ਆ, ਦੇ ਹੈਵ ਅ ਵੈਰੀ ਬੇਅਰ ਮਿਨੀਮਮ ਸਕਿੱਲਸ। ਜਿਸ ਤਰ੍ਹਾਂ ਦੀਆਂ ਜੋਬਸ ਹੈਗੀਆਂ, ਜਿਸ ਤਰ੍ਹਾਂ ਦੀਆਂ ਕੰਪਲੈਕਸ ਸਿਸਟਮ ਬਣ ਚੁੱਕੇ ਆ, ਉਹਨਾਂ ਦੇ ਲਈ ਉਹ ਥੋੜ੍ਹਾ ਬਹੁਤਾ ਚਾਹੁੰਦੇ ਵੀ ਆ ਕਿ ਬੰਦੇ ਨੂੰ ਪਤਾ ਹੋਵੇ। ਇਫ ਦ ਪਰਸਨ ਹੈਜ਼ ਐਨ ਐਕਸਪਰਟੀਜ਼, ਯੂ ਵਿਲ ਨਾਟ ਬੀ ਸਿਟਿੰਗ ਐਟ ਹੋਮ। ਨੈਟਵਰਕਿੰਗ ਸਾਈਡ 'ਤੇ ਤੁਸੀਂ ਲੈ ਲਓ, ਟੈਲੀਕਮਿਊਨੀਕੇਸ਼ਨ ਸਾਈਡ 'ਤੇ ਲਾ ਲਓ, ਦੀਜ਼ ਜੋਬਸ ਆਰ ਦੇਅਰ। ਹਾਂ, ਤੁਹਾਨੂੰ ਸਕਿੱਲਸ ਹੋਣੀਆਂ ਚਾਹੀਦੀਆਂ, ਤੁਹਾਨੂੰ ਉਹਦੇ ਵਿੱਚ ਐਕਸਪੀਰੀਅੰਸ ਹੋਵੇ ਤਾਂ ਦੈਟਸ ਈਵਨ ਬੈਟਰ। ਇੰਪਲੋਇਰਸ ਨੂੰ ਰਿਕਗਨਾਈਜ਼ ਵੀ ਕਰਨਾ ਚਾਹੀਦਾ, ਇਹ ਵੀ ਨਾਲ ਚੀਜ਼ਾਂ ਹੈਗੀਆਂ। ਅੱਛਾ, ਇਹਦੇ ਵਿੱਚ ਇੱਕ ਚੀਜ਼ ਹੋਰ ਵੀ ਆ ਜਾਂਦਾ ਕਿ ਕਈ ਵਾਰੀ ਨਾ ਸੁਮਿਲ ਜੀ, ਸਕਿੱਲਸ ਮਿਸਮੈਚ ਵੀ ਹੁੰਦੀਆਂ ਕਿ ਜਦੋਂ ਅਸੀਂ ਜੇ ਨਿਊ ਇਮੀਗ੍ਰੈਂਟਸ ਦੇ ਪੁਆਇੰਟ ਆਫ ਵਿਊ ਨਾਲ ਗੱਲ ਕਰੀਏ, ਜਾਂ ਜਿਹੜੇ ਇਮੀਗ੍ਰੈਂਟਸ ਆਏ ਵੀ ਆ 2, 3, 4 ਸਾਲ ਤੋਂ, ਜਾਂ ਫਿਰ ਜਿਹੜੇ ਬੱਚੇ ਇੱਥੋਂ ਵੀ ਗ੍ਰੈਜੂਏਟ ਹੋ ਕੇ ਨਿਕਲ ਰਹੇ ਆ, ਸੋ ਫਾਲਟ ਕੁਡ ਬੀ ਔਨ ਦੋਜ਼ ਪ੍ਰੋਗਰਾਮਸ ਜਾਂ ਡਿਗਰੀਜ਼ ਦੇ ਵਿੱਚ ਵੀ ਹੋ ਸਕਦੀਆਂ ਕਿ ਆਰ ਦੇ ਗ੍ਰੈਜੂਏਟਿੰਗ ਵਿਦ ਰਾਈਟ ਸਕਿੱਲ ਸੈਟ। ਕਿਉਂਕਿ ਜਿਹੜੀ 4 ਸਾਲ ਪਹਿਲਾਂ ਜਦੋਂ ਕਿਸੇ ਬੱਚੇ ਨੇ ਕਿਸੇ ਯੂਨੀਵਰਸਿਟੀ ਵਿੱਚ ਦਾਖਲਾ ਲਿਆ ਸੀਗਾ, ਉਸ ਵੇਲੇ ਜਿਹੜਾ ਉਹਦਾ ਆਊਟਕਮ ਸੀਗਾ ਐਜ਼ ਪਰ ਦੀ ਜੋਬ ਮਾਰਕੀਟ ਵਾਜ਼ ਡਿਫਰੈਂਟ, ਸਪੈਸ਼ਲੀ ਇਨ ਦ ਟੈਕਨੋਲੋਜੀ ਲਾਈਨ ਦੇ ਵਿੱਚ, ਕਿਉਂਕਿ ਜਿੱਥੇ ਚੀਜ਼ਾਂ ਬੜੀਆਂ ਤੇਜ਼ੀ ਨਾਲ ਚੇਂਜ ਹੋਈਆਂ। ਸੋ ਉਹ 4 ਸਾਲ ਦਾ ਜਿਹੜਾ ਗੈਪ ਹੈ ਨਾ, ਦੈਟਸ ਟੂ ਬਿਗ। ਕਿਉਂਕਿ ਬਾਏ ਦਾ ਟਾਈਮ ਬੱਚਾ ਗ੍ਰੈਜੂਏਟ ਹੁੰਦਾ ਤਾਂ ਟੈਕਨੋਲੋਜੀ ਜਿਹੜੀ ਰਿਕੁਆਇਰਮੈਂਟਸ ਹੈਗੀਆਂ ਉਹ ਚੇਂਜ ਹੋ ਜਾਂਦੀਆਂ। ਅੱਛਾ, ਉਹਦੇ ਵਿੱਚ ਫਿਰ ਉਹਦੇ ਸੋਲੂਸ਼ਨਸ ਕੀ ਹੈ? ਸੋ ਸੋਲੂਸ਼ਨ ਇਹ ਹੁੰਦਾ ਹੈ ਕਿ ਯੂ ਹੈਵ ਟੂ ਮੇਕ ਸ਼ਿਓਰ ਕਿ ਵੀ ਯੂ ਬਿਕਮ ਅ ਮੋਰ ਇੰਟੈਲੀਜੈਂਟ, ਮੋਰ ਇਨਫੋਰਮਡ ਇੰਡੀਵਿਜੂਅਲ, ਰਾਦਰ ਦੈਨ ਕਿ ਵੀ ਮੈਂ ਇੱਕ ਚੀਜ਼ ਨੂੰ ਸਿੱਖ ਲਵਾਂ। ਦ ਮੋਰ ਡੈਪਥ, ਮੋਰ ਨੌਲੇਜ ਯੂ ਵਿਲ ਹੈਵ। ਇਨਫੋਰਮੇਸ਼ਨ ਤਾਂ ਮਿਲ ਜਾਊਗੀ ਤੁਹਾਨੂੰ। ਡੋਂਟ ਬਿਕਮ ਅ ਜੈਕ ਆਫ ਆਲ ਟ੍ਰੇਡਸ। Now the time is coming, people and the companies, they are looking for expertise. They're looking for professional. ਜਦੋਂ ਅਸੀਂ ਕਹਿੰਦੇ professional, ਕਿਉਂਕਿ ਉਹਨੂੰ ਪਤਾ ਹੈ ਕਿ ਮੈਂ 2 ਚੀਜ਼ਾਂ ਕਰਦਾ, ਪਰ ਮੈਂ 2 ਚੀਜ਼ਾਂ ਬਹੁਤ ਚੰਗੀ ਤਰ੍ਹਾਂ ਕਰਦਾ। I have the vast knowledge of other things as well. ਉਹਦਾ ਇੱਕ ਸੋਚਣ ਦਾ ਤਰੀਕਾ ਚੇਂਜ ਹੋ ਜਾਂਦਾ। ਥੋੜ੍ਹਾ ਜਿਹਾ ਆਪਣੇ ਆਪ ਨੂੰ ਅਪਡੇਟ ਕਰਦੇ ਰਹਿਣਾ, ਇਹ ਵੀ ਬਹੁਤ ਜ਼ਰੂਰੀ ਹੈ, ਸਪੈਸ਼ਲੀ ਟੈਕਨੋਲੋਜੀ ਵਾਲੇ ਸੈਕਟਰ 'ਚ। ਬਿਲਕੁਲ 100%। ਸੋ ਟੈਕਨੋਲੋਜੀ ਇਜ਼ ਅਨਦਰ। ਹੋ ਗਿਆ ਆਪਣੇ ਆਪਾਂ ਕਰ ਲਏ 3 ਸੈਕਟਰ। ਹਾਂਜੀ, 3 ਸੈਕਟਰਸ ਦੇ ਵਿੱਚ ਜਿੱਥੇ ਮੈਨੂੰ ਪਤਾ ਹੈ ਕਿ ਟਾਪ ਆਫ ਮਾਈ ਹੈਡ ਕਿ ਦੇयर ਆਰ huge demand of this. Then certain business and accounting ਦੇ ਵਿੱਚ ਵੀ ਹੈਗੀਆਂ, ਪਰ ਉਹ ਫੀਲਡ ਜਿਹੜਾ ਹੈਗਾ ਆ ਕਾਫੀ ਵੋਲੇਟਾਈਲ ਹੈਗਾ। ਉਹਦੇ ਵਿੱਚ ਕਈ ਜਿਹੜੇ ਆਕੂਪੇਸ਼ਨਸ ਹੋ ਗਈਆਂ, ਕਈ ਆ ਜਾਂਦੀਆਂ, ਕੋਈ ਨਿਕਲ ਜਾਂਦੀਆਂ, ਕਿਉਂਕਿ ਉੱਥੇ ਇੰਪੈਕਟ ਜਿਹੜਾ ਹੋ ਰਿਹਾ ਆ। and of course that is making a difference in everybody's life. ਅਮਰਤਪਾਲ ਦਾ ਮੈਸੇਜ ਹੈ ਕਿ ਇਹ ਇਲੈਕਟ੍ਰੀਕਲ ਇਕਵਿਪਮੈਂਟ ਮੈਨੂਫੈਕਚਰਿੰਗ ਮਿਸਾਗਾ 'ਚ ਕੰਮ ਕਰਦੇ ਨੇ। ਕਹਿੰਦੇ ਵੀ ਆਰ ਐਕਟਿਵਲੀ ਹਾਇਰਿੰਗ ਫॉर ਅਸੈਂਬਲਰਸ। ਰਾਜ ਦਾ ਮੈਸੇਜ ਹੈ। ਵੈਰੀ ਗੁੱਡ। ਸੋ ਜਿੱਦਾਂ ਤੁਸੀਂ ਦੱਸ ਰਹੇ ਹੋ ਕਿ ਕੁਛ ਸਰਟਨ ਏਰੀਆਜ਼ ਨੇ ਜਿੱਥੇ ਇਸ ਤਰ੍ਹਾਂ ਦੀ ਜ਼ਰੂਰਤ ਹੈ। ਅਤੇ ਅੱਛਾ, ਅਭਿਜੀਤ ਕੀ ਲਿਖ ਰਹੇ ਨੇ ਜੀ ਕਿ ਓਨਲੀ LMI, ਅਦਰਵਾਈਜ਼ ਨੋ ਟਰੱਕ ਕੰਪਨੀ, ਕੋਈ ਕੰਪਨੀ ਹਾਇਰ ਨਹੀਂ ਕਰ ਰਹੀ। ਅਤੇ ਇਹ ਤਾਂ ਕਹਿੰਦੇ ਕੰਸਟਰਕਸ਼ਨ ਵਿੱਚ ਵੀ ਕੋਈ ਨਹੀਂ ਕਰ ਰਹੇ। ਅੱਛਾ, ਟਰੱਕਿੰਗ ਨੂੰ ਅਸੀਂ ਛੱਡ ਲੈਂਦੇ ਜੀ। ਟਰੱਕਿੰਗ ਦੇ ਵਿੱਚ ਤਾਂ ਖੈਰ ਬੜੇ ਇਸ਼ੂਜ਼ ਨੇ। ਰਾਜਾ ਅੱਛਾ, ਗੁਰਬਲਾਲ ਸਿੰਘ ਕਹਿੰਦੇ ਨੇ ਕਿ ਮੈਂ ਟਰੱਕ ਮਕੈਨਿਕਸ ਹਾਇਰ ਕਰ ਰਿਹਾ, ਬਹੁਤ ਸ਼ਾਰਟੇਜ ਹੈ। ਮੇਕ ਸੈਂਸ।
ਟਰੱਕ ਡਰਾਈਵਿੰਗ ਜਿਹੜੀ ਹੈ ਨਾ, ਡਰਾਈਵਰਸ ਜਿਹੜੇ ਹੈਗੇ ਆ, ਦੇ ਆਰ ਡਿਕਲਾਈਨਿੰਗ ਟ੍ਰੈਂਡ ਦੇ ਉੱਤੇ ਆ, ਐਂਡ ਇਵੈਂਚੁਅਲੀ ਇਟ ਵਿਲ ਬੀ ਨੋ ਮੋਰ ਆਫਟਰ ਫਿਊ ਈਅਰਸ। ਸੈਕੰਡ ਜਿਹੜੀਆਂ ਰਿਪੇਅਰਸ ਹੈਗੀਆਂ ਆ ਐਨੀਵੇਅਰ, ਜਿਹੜੀ ਚੀਜ਼ ਬਣੀ ਆ ਜੀ, ਮੇਨਟੇਨੈਂਸ ਲੋਡ ਹੋਣੀ ਆ, ਰਿਪੇਅਰਸ ਲੋਡ ਹੋਣੀ ਆ, ਐਂਡ ਸਪੈਸ਼ਲੀ ਇਨ ਦ ਟਰੱਕਿੰਗ ਇੰਡਸਟਰੀ ਦੇ ਵਿੱਚ ਆਈ ਥਿੰਕ ਆਈ ਟੋਟਲੀ ਐਗਰੀ ਵਿਦ ਇਟ ਮੇਕ ਸੈਂਸ। ਅੱਛਾ, ਪਰ ਦੂਜਾ ਮਨਜਿੰਦਰ ਕੌਰ ਦਾ ਸਵਾਲ ਹੈ ਕਿ ਜੇ ਇਹ ਲੇਬਰ ਸ਼ਾਰਟ ਇਹਨਾਂ ਸੈਕਟਰ 'ਚ ਹੈ ਤੇ ਗਵਰਨਮੈਂਟ ਬੁਲਾ ਤਾਂ ਰਹੀ ਸਟੂਡੈਂਟ ਕਿਹੜੇ ਪ੍ਰੋਗਰਾਮਾਂ 'ਚ, ਬਿਜ਼ਨਸ ਐਡਮਿਨਿਸਟ੍ਰੇਸ਼ਨ ਤੇ ਆ ਹੋਰ ਇਹਨਾਂ 'ਚ। ਇਹਦਾ ਮਤਲਬ ਹੈ ਵੀ ਸਰਕਾਰ ਜਿੱਥੇ ਵਾਕਈ ਸ਼ਾਰਟੇਜ ਹੈ ਉਹ ਬੰਦੇ ਨਹੀਂ ਬੁਲਾ ਰਹੀ, ਅਨਸਕਿਲਡ ਲੇਬਰ ਬੁਲਾ ਰਹੀ ਹੈ। ਨਹੀਂ, ਗਵਰਨਮੈਂਟ ਨਹੀਂ ਬੁਲਾ ਰਹੀ ਜਿਹੜੇ ਪ੍ਰੋਗਰਾਮ ਚੱਲ ਰਹੇ ਨੇ। ਹਾਂ, ਇਹ ਕਾਲਜਸ ਵਾਲੇ ਉਹਨਾਂ ਨੂੰ ਇਸ਼ੂ ਕਰ ਰਹੇ, ਅਲਟੀਮੇਟਲੀ ਰੈਗੂਲੇਟ ਤਾਂ ਇਹਨਾਂ ਨੂੰ ਗਵਰਨਮੈਂਟ ਹੀ ਕਰ ਰਹੀ ਹੈ। ਹਾਂਜੀ, ਤੇ ਪਰ ਜਿਹੜਾ ਸਟੂਡੈਂਟ ਆ ਰਿਹਾ ਆ ਕਿ ਉਹ ਵਾਕਈ ਉਹਨੂੰ ਪਤਾ ਨਹੀਂ ਬਿਲਕੁਲ ਵੀ। ਜੇ ਤੁਸੀਂ ਇੰਡੀਆ ਤੋਂ ਇੰਨੀ ਦੂਰ ਜੋ ਆ ਰਹੇ ਆ, ਤੁਹਾਨੂੰ ਪਤਾ ਆ ਨਾਓ ਐਵਰੀਥਿੰਗ ਇਜ਼ ਅਵੇਲੇਬਲ ਔਨ ਦਾ ਇੰਟਰਨੈਟ ਕਿ ਵੀ ਕਿਹੜੀ ਇੰਡਸਟਰੀ ਦੇ ਵਿੱਚ ਜੋਬਸ ਹੈਗੀਆਂ, ਕਿੱਥੇ ਨਹੀਂ ਹੈਗੀਆਂ। ਤੁਸੀਂ ਬਿਜ਼ਨਸ ਵਿੱਚ ਆਉ ਹੀ ਕਿਉਂ ਰਹੇ ਆ ਜੀ? ਇਹ ਨਹੀਂ ਕਿ ਉੱਥੇ ਬਿਲਕੁਲ ਨਹੀਂ ਆ। ਜੇ ਤੁਸੀਂ ਨਵੇਂ ਇਮੀਗ੍ਰੈਂਟਸ ਹੈਗੇ ਆ ਜਾਂ ਬੱਚੇ ਤੁਸੀਂ ਨਵੇਂ ਆ ਰਹੇ ਆ, ਤਾਂ ਤੁਹਾਨੂੰ ਪਤਾ ਹੈ ਕਿ ਵੀ ਇਹਦੇ ਵਿੱਚ ਜੇ 2 ਜੋਬਾਂ ਆ ਤਾਂ ਬਾਕੀ ਇੰਡਸਟਰੀ ਵਿੱਚ 10 ਆ, ਤਾਂ ਤੁਸੀਂ 10 ਵਾਲੇ ਵਿੱਚ ਜਾਓ ਨਾ। ਅੱਛਾ, ਅੱਗੇ ਇੱਕ ਮੈਸੇਜ ਆਇਆ ਮਨਜਿੰਦਰ ਵੜਿੰਗ, ਕਹਿੰਦੇ ਮੈਂ ਕਿਸੇ ਇਲੈਕਟ੍ਰੀਸ਼ੀਅਨ ਨਾਲ 1 ਸਾਲ ਕੰਮ ਕੀਤਾ ਤੇ ended up fake promise to registered apprenticeship and unpaid wages। ਉਹ ਕਹਿੰਦੇ ਫਰੈਸ਼ਰਸ ਨੂੰ ਕੋਈ ਨਹੀਂ ਹਾਇਰ ਕਰਦਾ, ਇਹਨਾਂ ਦਾ ਇਹ ਹੈ। ਮੁੜ ਕੇ ਕਹਿੰਦੇ ਮੈਂ ਟਰੱਕ ਚਲਾਉਣ ਲੱਗ ਗਿਆ। ਹੋ ਸਕਦਾ ਕਿ ਇਹਨਾਂ ਦਾ ਕੇਸ ਯੂਨੀਕ ਹੋਵੇ ਜੀ, ਪਰ ਮੇਰੇ ਖਿਆਲ ਦੇ ਵਿੱਚ ਦੈਟਸ ਅ ਗੁੱਡ ਵੇ ਟੂ ਸਟਾਰਟ ਕਿ ਡੂ ਵੋਲੰਟੀਅਰ, ਸਟਾਰਟ ਵਿਦ ਇਟ। ਜੇ ਤੁਹਾਡੇ ਕੋਲ ਨੌਲੇਜ ਐਂਡ ਸਕਿੱਲਸ ਹੈਗੀਆਂ ਆ ਐਂਡ ਤੁਹਾਨੂੰ ਲੱਗਦਾ ਹੈ ਕਿ ਯੂ ਆਰ ਨਾਟ ਏਬਲ ਟੂ ਫਾਈਂਡ ਜੋਬ, ਦੈਨ ਸਟਾਰਟ ਵਿਦ ਫ੍ਰੀ ਵਰਕ। ਸਟਾਰਟ ਕਰੋ, ਆਪਣਾ ਟੈਲੈਂਟ ਤਾਂ ਸ਼ੋਅ ਕਰੋ ਉਸ ਇੰਪਲੋਇਰ ਨੂੰ, ਉਸ ਭਰਮ ਤੋਂ ਕੱਢੋ। ਠੀਕ ਹੈ, ਇਹਦੇ ਵਿੱਚ ਆਪਾਂ ਮੰਨ ਸਕਦੇ ਹਾਂ ਕਿ ਇਹ ਵੀ ਤਾਂ ਹੈ ਨਾ, ਜਿਹੜੇ ਛੋਟੇ ਇੰਪਲੋਇਰਸ ਨੇ ਜੀ, ਉਹਨਾਂ ਦਾ ਵੀ ਕੋਈ ਬਹੁਤ ਗ੍ਰੇਟ ਵਰਕ ਕਲਚਰ ਨਹੀਂ ਹੈ, ਕਿ ਇਹ ਵੀ ਪ੍ਰੋਬਲਮ ਹੈ। ਹਾਂਜੀ, ਉਹ ਛੋਟੀਆਂ ਜਿਹੜੀਆਂ ਕੰਪਨੀ ਨੇ, ਸਮੋਲ ਸਕੇਲ ਜਿਹੜੇ ਬਿਜ਼ਨਸਿਸ ਨੇ ਜੀ, ਉਹਨਾਂ ਦਾ ਜਿਹੜਾ ਉਹਨਾਂ ਨੇ ਕੋਈ ਸਿਸਟਮ ਹੁੰਦਾ ਇੰਪਲੋਇਰ ਦਾ ਰਿਲੇਸ਼ਨ ਜਾਂ ਹੋਰ ਜਿਹੜੇ ਲੇਬਰ ਲਾਜ਼ ਨੇ, ਉਹਨਾਂ ਨੂੰ ਵੀ ਉਹ ਫੋਲੋ ਨਹੀਂ ਕਰਦੇ। ਪਰ ਉਹ ਵੀ ਚਲੋ ਮੰਨਿਆ ਕਿ ਉਹਦੇ ਵਿੱਚ ਨੰਬਰ ਜ਼ਿਆਦਾ ਹੋਊਗਾ, ਪਰ ਉਹਦੇ ਵਿੱਚ ਵੀ ਸੈਗਮੈਂਟ ਵਿੱਚ ਕਈ ਚੰਗੇ ਵੀ ਹੈਗੇ ਆ। ਇਫ ਸਮਬਡੀ ਵਾਂਟਸ ਟੂ ਗਰੋ ਦੇਅਰ ਬਿਜ਼ਨਸ ਦੇ ਹੈਵ ਟੂ ਫੋਲੋ ਇਟ, ਅਦਰਵਾਈਜ਼ ਉਹਨਾਂ ਦਾ ਬਿਜ਼ਨਸ ਗਲਤ ਤਰੀਕੇ ਨਾਲ ਨਹੀਂ ਗਰੋ ਕਰ ਸਕਦਾ ਸ਼ਮੀਲ ਜੀ। ਦੇ ਹੈਵ ਟੂ ਫੋਲੋ, ਜੇ ਮੈਂ ਐਜ਼ ਏ ਸਮਾਲ ਕੱਲ੍ਹ ਨੂੰ ਕੋਈ ਚੀਜ਼ ਇੱਕ ਬੰਦਾ ਜਾਂ 2 ਬੰਦੇ ਦੇ ਬੇਸ ਦੇ ਉੱਤੇ ਵੀ ਮੈਂ ਕੋਈ ਬਿਜ਼ਨਸ ਸ਼ੁਰੂ ਕਰਾਂ, ਜੇ ਮੈਂ ਪ੍ਰੋਪਰ ਸਿਸਟਮ ਦੇ ਥਰੂ ਨਹੀਂ ਕਰੂੰਗਾ, ਯੂ ਥਿੰਕ ਦੈਟ ਆਈ ਵਿਲ ਗਰੋ? ਆਈ ਵਿਲ ਨਾਟ ਗਰੋ। ਇੱਕ ਮੈਸੇਜ ਹੈ ਜੀ, ਜੇ ਨਰਸਿਸ ਦੀ ਸ਼ਾਰਟੇਜ ਹੈ ਤੇ ਫਿਰ ਉਹਨਾਂ ਨੂੰ 2-2 ਸਾਲ ਤੋਂ ਇੱਦਾਂ ਹੀ ਰੈਗੂਲਰ ਕਿਉਂ ਨਹੀਂ ਕਰ ਰਹੇ ਉਹਨਾਂ ਦੀਆਂ ਸਰਵਿਸਿਜ਼? ਇਹ ਇੱਕ ਅਲੱਗ ਕੰਸਰਨ ਹੈ। ਨਹੀਂ, ਬਟ ਜਿਹੜੇ ਫੋਰਨ ਟ੍ਰੇਨਡ ਨਰਸਿਸ ਹੈਗੀਆਂ ਜੀ, ਇੱਥੇ ਜਦੋਂ ਆਉਂਦੀਆਂ ਦੇ ਹੈਵ ਐਨ ਐਗਜ਼ਾਮ ਹੀਅਰ, ਯੂ ਰਾਈਟ ਐਨ ਐਗਜ਼ਾਮ, ਜਿਹੜੇ NCLEX ਦੇ ਐਗਜ਼ਾਮਸ ਹੈਗੇ ਆ, ਯੂ ਪਾਸ ਦੈਟ। ਲੈਂਗੁਏਜ ਪ੍ਰੋਫੀਸ਼ੀਐਂਸੀ ਨੂੰ ਕਵਰ ਕਰੋ, ਬਿਕੋਜ਼ ਲੈਂਗੁਏਜ ਤਾਂ ਤੁਹਾਨੂੰ ਆਉਣੀ ਚਾਹੀਦੀ ਹੈ, ਤੁਹਾਡੇ ਕੋਲ ਇੰਟਰਪਰਸਨਲ ਸਕਿੱਲਸ ਤਾਂ ਹੋਣੀਆਂ ਚਾਹੀਦੀਆਂ ਨਾ। ਦੇਅਰ ਇਜ਼ ਏ ਪਾਥ ਤਾਂ ਹੈਗਾ ਨਾ। ਹੁਣ ਇਹ ਤਾਂ ਨਹੀਂ ਹੋ ਸਕਦਾ ਕਿ ਵੀ ਅਸੀਂ ਅੱਖਾਂ ਬੰਦ ਕਰਕੇ, ਜਿੱਥੇ ਜਿਹੜੇ ਇੰਪਲੋਇਰਸ ਹੈਗੇ ਆ, ਵੀ ਜਿਹੜਾ ਬੰਦਾ ਇੰਡੀਆ ਤੋਂ ਕੋਈ PhD ਵੀ ਕਰਕੇ ਆਇਆ ਤਾਂ ਅੱਖਾਂ ਬੰਦ ਕਰਕੇ ਤੁਸੀਂ ਰੱਖ ਲਓ, ਉਹਦੇ ਵਿੱਚ ਵੀ ਕਈ ਡਿਫਾਲਟਰ ਹੈਗੇ ਆ। ਸਟੀਵ ਦਾ ਉਹੀ ਹੈ, ਜਿਹੜੀ ਪੁਰਾਣਾ ਕੰਸਰਨ ਹੈ ਕਿ ਜੀ ਇਹ ਜਾਣਦੇ ਨੇ ਕਿਸੇ ਨੂੰ, ਐਕਸਪਰਟੀਜ਼ ਹੈ, ਨੌਲੇਜ ਹੈ, ਸਾਰਾ ਕੁਛ ਹੈ, ਪਰ ਜਿੱਥੇ ਵੀ ਜਾਂਦਾ ਉਹ ਕਹਿੰਦੇ ਕੈਨੇਡੀਅਨ ਐਕਸਪੀਰੀਅੰਸ ਦਿਖਾਓ। ਇਹ ਤਾਂ ਖੈਰ ਪੁਰਾਣੀ ਪ੍ਰੋਬਲਮ ਹੈ, ਤਾਂ ਬਹੁਤ ਸਾਲਾਂ ਤੋਂ ਅਸੀਂ ਸੁਣਦੇ ਆ ਰਹੇ ਹਾਂ, ਤਾਂ ਪ੍ਰੋਬਲਮ ਹੈ ਹੀ ਹੈ। ਭਾਜੀ ਸ਼ਮੀਲ ਜੀ, ਕੈਨੇਡੀਅਨ ਐਕਸਪੀਰੀਅੰਸ ਵਰਡ ਵੀ ਨਾ ਬੜਾ ਉਹਨੂੰ ਅਸੀਂ ਗਲਤ ਤਰੀਕੇ ਨਾਲ ਸਮਝ ਰਹੇ ਹਾਂ। ਕੈਨੇਡੀਅਨ ਐਕਸਪੀਰੀਅੰਸ ਦਾ ਇਹ ਨਹੀਂ ਮਤਲਬ ਕਿ ਤੁਹਾਨੂੰ ਆਪਣੀ ਫੀਲਡ ਦੇ ਵਿੱਚ ਕੈਨੇਡੀਅਨ ਐਕਸਪੀਰੀਅੰਸ ਮੀਨਸ ਕਿ ਹੈਵ ਯੂ ਵਰਕਡ ਐਨੀ ਕੈਨੇਡੀਅਨ ਵਰਕ ਪਲੇਸ, ਦੈਟ ਇਜ਼ ਅ ਕੈਨੇਡੀਅਨ ਐਕਸਪੀਰੀਅੰਸ। ਆਈ ਕੁਡ ਬੀ ਲੈਟਸ ਸੇ ਸੌਫਟਵੇਅਰ ਡਿਵੈਲਪਰ, ਹੈ ਨਾ, ਮੈਂ ਕਹਾਂ ਵੀ ਮੈਨੂੰ ਜੋਬ ਨਹੀਂ ਮਿਲ ਰਹੀ ਇੱਥੇ, ਕਿਉਂਕਿ ਉਹ ਅਗਲਾ ਬੰਦਾ ਔਰ ਮੇਰੇ ਕੋਲ 4 ਸਾਲ 5 ਸਾਲ ਦਾ ਲੈਟਸ ਸੇ ਇੰਡੀਆ ਦੇ ਵਿੱਚ ਐਕਸਪੀਰੀਅੰਸ ਵੀ ਹੋਵੇ, ਅਤੇ ਮੈਂ ਕਹਾਂ ਕਿ ਜੀ ਮੈਨੂੰ ਇੱਥੇ ਜੋਬ ਨਹੀਂ ਮਿਲ ਰਹੀ ਬਿਕਾਜ਼ ਆਫ ਕਿ ਇੰਪਲੋਇਰਸ ਇਜ਼ ਆਸਕਿੰਗ ਫॉर ਕੈਨੇਡੀਅਨ ਐਕਸਪੀਰੀਅੰਸ। ਬਈ ਮੈਂ ਤਾਂ ਕਹੂੰਗਾ ਵੀ ਤੁਸੀਂ ਦੋਗੇ ਤਦ ਹੀ ਮੈਂ ਕੈਨੇਡੀਅਨ ਐਕਸਪੀਰੀਅੰਸ ਲਊਂਗਾ। ਸੋ ਵਿਚ ਇਜ਼ ਟਰੂ ਐਜ਼ ਵੈਲ ਕਿ ਤੁਸੀਂ ਮੈਨੂੰ ਜੋਬ ਨਹੀਂ ਦਿੰਦੇ, ਨਾਲੇ ਤੁਸੀਂ ਲੱਭਦੇ ਪਏ ਕਿ ਕੈਨੇਡੀਅਨ ਐਕਸਪੀਰੀਅੰਸ ਹੋਵੇ। ਸੋ ਕੈਨੇਡੀਅਨ ਐਕਸਪੀਰੀਅੰਸ ਨਾਟ ਇਨ ਦ ਸੇਮ ਲਾਈਨ ਦੀ ਨਹੀਂ ਗੱਲ ਕਰ ਰਹੇ ਹੋ। ਉਹ ਕਹਿ ਰਹੇ ਕਿ ਵੀ ਕਮਲਜੀਤ ਸਿੰਘ ਜੀ, ਤੂੰ ਇੱਥੇ 1.5 ਸਾਲ ਕਿਸੇ ਹੋਰ ਥਾਂ ਕੰਮ ਕੀਤਾ, ਹੈਵ ਯੂ ਇੰਟਰੈਕਟਿਡ ਵਿਦ ਅ ਵਰਕ ਪਲੇਸ, ਹੈਵ ਯੂ ਇੰਟਰੈਕਟਿਡ ਵਿਦ ਅਦਰ ਪੀਪਲ ਐਜ਼ ਵੈਲ, ਦੈਟ ਇੰਪਰੂਵਸ ਯੋਰ ਇੰਟਰਪਰਸਨਲ ਸਕਿੱਲਸ। ਉਹ ਇਸ ਚੀਜ਼ ਦੀ ਗੱਲ ਕਰਦੇ ਵੀ ਤੂੰ ਬਹੁਤ ਨਵਾਂ ਆਇਆ, ਯੂ ਆਰ ਵੈਰੀ ਵੋਲੇਟਾਈਲਸ,
you may not be knowing कि postal code ਦੀ definition ਕੀ ਹੁੰਦੀ ਹੈ. It's not a zip code that may impact that. So that's what they're asking for it. ਅੱਛਾ, ਇੱਕ ਮੈਸੇਜ ਅੱਗੇ 3202 ਇਹ ਕਹਿੰਦੇ ਮੈਂ ਫਾਰਮੇਸੀ 'ਚ ਕੰਮ ਕਰ ਰਿਹਾ 1 ਸਾਲ ਤੋਂ ਤੇ ਇੱਥੇ ਕਹਿੰਦੇ ਹਮੇਸ਼ਾ ਹੀ ਸਾਡੇ ਸ਼ਾਰਟੇਜ ਹੁੰਦੀ ਹੈ ਸਟਾਫ ਦੀ. ਬਿਲਕੁਲ. ਮਤਲਬ ਇਸ ਤਰ੍ਹਾਂ ਦੇ ਵੀ ਹੈਗੀਆਂ ਨੇ ਇਨਪੁਟਸ. ਤੇ ਅਮਰਤਪਾਲ ਕਹਿੰਦੇ ਟਾਈਮ ਫॉर LMIA ਬਬਲ ਬਸਟ. ਅਮਿਤ ਟਰੱਕਿੰਗ ਦੇ ਤਾਂ ਖੈਰ ਚਲੋ ਯੂਨੀਕ ਪ੍ਰੋਬਲਮਸ ਨੇ. ਹਰਦੇਵ ਕਹਿੰਦੇ ਨੇ ਗਵਰਨਮੈਂਟ ਟ੍ਰੇਡ ਮਿਸਮੈਚ ਇਜ਼ ਆਲਵੇਜ਼ ਦੇਅਰ. ਆਈ ਹੈਵ ਬੀਨ ਵਾਚਿੰਗ ਫॉर ਦ ਲਾਸਟ 30 years. ਇਹ ਮਿਸਮੈਚ ਵਾਲੀ ਪ੍ਰੋਬਲਮ ਵੈਸੇ ਕੋਈ ਨਵੀਂ ਨਹੀਂ ਹੈ ਵੈਸੇ. ਹਾਂਜੀ ਹਾਂਜੀ. ਤੇ ਇੱਦਾਂ ਜੀ, ਇੱਕ ਤਾਂ ਤੁਸੀਂ ਜਿੱਦਾਂ ਦੱਸ ਰਹੇ ਆ ਕਿ ਸਕਿੱਲ ਦੀ ਮਿਸਮੈਚ ਹੋ ਰਹੀ ਹੈ, ਸੈਕੰਡ ਜਾਂ ਜਿਓਗ੍ਰਾਫੀਕਲ ਮਿਸਮੈਚ ਵੀ ਹੋ ਰਹੀ ਹੈ. ਹਾਂ ਯੈਸ ਰਾਈਟ. ਜੌਬਸ ਬੈਰੀ ਦੇ ਵਿੱਚ ਹੈਗੀਆਂ ਆ, ਅਸੀਂ ਬਰੈਂਪਟਨ 'ਚੋਂ ਨਿਕਲਣਾ ਨਹੀਂ ਚਾਹੁੰਦੇ. ਸੋ ਜਿਓਗ੍ਰਾਫੀਕਲ ਮਿਸਮੈਚ ਵੀ ਹੈਗੀਆਂ. ਦੈਟ ਇਜ਼ ਬਿਕਮਿੰਗ ਐਨ ਆਬਸਟੀਕਲ ਫॉर ਅ ਨਿਊ ਕਮਰ ਟੂ ਫਾਈਂਡ ਅ ਬੈਟਰ ਇੰਪਲੋਇਮੈਂਟ. ਅੱਛਾ, ਇੱਕ ਮੈਸੇਜ ਹੈ ਜੀ ਕਿ ਆਫਟਰ ਪਾਸਿੰਗ ਆਲ ਐਗਜ਼ਾਮਸ ਡਾਕਟਰਸ ਨਰਸਿਸ ਸਟਿਲ ਵੇਟ ਫॉर 7 years. That's not ਡਾਕਟਰਾਂ ਬਾਰੇ entirely. ਤਾਂ ਚਲੋ ਹੋ ਸਕਦਾ, ਡਾਕਟਰਾਂ ਦੇ ਤਾਂ ਚਲੋ ਤਾਂ ਇੰਪੋਸੀਬਲ ਹੀ ਲੱਗਦਾ ਇੱਥੇ. Yeah, doctors ਲਈ I agree, but but not on the nursing side of it. ਓਕੇ, ਸੋ ਇਹ ਮਤਲਬ ਖੈਰ ਇਸੇ ਤਰ੍ਹਾਂ ਦੇ ਅਲੱਗ-ਅਲੱਗ ਕੁਛ ਸੈਕਟਰਸ ਬਾਰੇ ਇਹਨਾਂ ਨੇ ਲਿਖੇ ਨੇ. ਪਰ ਜਿਹੜੀ ਜਿੱਥੇ ਗੱਲ ਹੈ, ਤੁਸੀਂ ਜਿਵੇਂ ਕੰਸਟਰਕਸ਼ਨ ਹੈ ਜੀ, ਜੋ ਮੈਨੂੰ ਮੈਂ ਹੋਰ ਵੀ ਕੁਛ ਸੋਰਸਿਸ ਤੋਂ ਮਤਲਬ ਹੋਰ ਵੀ ਜਿਹੜੇ ਇਸ ਸੈਕਟਰ 'ਚ ਕੰਮ ਕਰਦੇ ਨੇ ਉਹ ਦੱਸਦੇ ਨੇ ਕਿ ਸਪੈਸ਼ਲੀ ਜਿਵੇਂ ਸਾਡੀ ਕਮਿਊਨਿਟੀ ਬਾਰੇ ਕਿਹਾ ਜਾਂਦਾ ਕਿ ਆਪਣੀਆਂ ਕਮਿਊਨਿਟੀ ਦੇ ਵਾਲੇ ਲੋਕ ਕੰਸਟਰਕਸ਼ਨ 'ਚ ਜਾ ਹੀ ਨਹੀਂ ਰਹੇ. ਜਾ ਵੀ ਨਹੀਂ ਰਹੇ ਜੀ. ਅਤੇ ਸੈਕੰਡਲੀ ਇਹ ਵੀ ਹੈ ਕਿ ਜਿਹੜੇ ਗਏ ਵੀ ਆ ਨਾ, ਆਈ ਰਿਗਰੈਟ ਟੂ ਸੇ ਕਿ ਉਹਨਾਂ ਦੇ ਵਿੱਚ ਜਿਹੜੇ ਉਹਨਾਂ ਦਾ ਵਰਕਮੈਨਸ਼ਿਪ ਇਜ਼ ਨਾਟ ਗੁੱਡ. ਹੁਣ ਜੇ ਮੈਂ ਕੋਈ ਕੰਸਟਰਕਸ਼ਨ ਕੰਪਨੀ ਖੋਲ੍ਹਦਾ ਹਾਂ ਤਾਂ ਮੈਂ ਜਿਹੜੇ ਕੰਸਟਰਕਸ਼ਨ ਵਰਕਰ ਨੂੰ ਲੈ ਕੇ ਉੱਥੇ ਉਹ ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈ. ਜੇ ਮੇਰਾ ਐਂਡ ਪ੍ਰੋਡਕਟ ਜਿਹੜਾ ਆ ਐਸ ਪਰ ਦੀ ਉਹਨਾਂ ਦਾ ਇੱਕ ਚੰਗਾ ਪ੍ਰੋਡਕਟ ਨਹੀਂ ਨਿਕਲ ਕੇ ਆਉਂਦਾ, ਮੈਂ ਪ੍ਰੋਪਰ ਉਹਦੀ ਵਰਕਮੈਨਸ਼ਿਪ ਨਹੀਂ ਦੱਸਦੀ, I will not be able to get another contract. ਸੋ ਇਹਦੇ ਨਾਲ ਕੀ ਹੋਊਗਾ ਕਿ ਇਵੈਂਚੁਅਲੀ ਮੈਂ ਇਸ ਸੈਕਟਰ ਨੂੰ ਡੈਮੇਜ ਹੀ ਕਰੂੰਗਾ. ਅਤੇ ਹੋਣਾ ਕੀ ਆ ਕਿ ਅਗਲਿਆਂ ਨੇ ਜਾਂ ਕਸਟਮਰ ਨੇ ਇਹ ਕਹਿਣ ਲੱਗ ਪੈਣਾ ਕਿ ਵੀ ਆਪਣੇ ਇੰਡੀਅਨ ਬੰਦਾ ਤੋਂ ਕੰਮ ਨਾ ਕਰਾਓ ਕਿਉਂਕਿ ਉਹਨਾਂ ਦਾ ਵਰਕਮੈਨਸ਼ਿਪ ਪੂਅਰ ਹੈ. ਅੱਛਾ, ਸਾਰੀ ਤੁਹਾਡੀ ਗੱਲਬਾਤ 'ਚੋਂ ਜੋ ਮੈਨੂੰ ਲੱਗ ਰਿਹਾ ਕਿ ਅਸਲ ਵਿੱਚ ਸਾਡਾ ਸਾਰੇ ਦਾ ਸਾਰਾ ਜਿਹੜਾ ਇਮੀਗ੍ਰੇਸ਼ਨ ਪ੍ਰੋਗਰਾਮ ਹੈ ਜੀ, ਇਹਨੂੰ ਰਿਵਿਊ ਕਰਨ ਦੀ ਜ਼ਰੂਰਤ ਹੈ ਕਿ ਇਹ ਬੈਟਰ ਕਨੈਕਟ ਹੋਏ ਲੇਬਰ ਮਾਰਕੀਟ ਨਾਲ, ਬਜਾਏ ਕਿ ਖੁੱਲ੍ਹੀ ਇਮੀਗ੍ਰੇਸ਼ਨ ਦੇ. ਈਵਨ ਜਿਹੜਾ ਸਟੂਡੈਂਟ ਵੀਜ਼ਾ ਪ੍ਰੋਗਰਾਮ ਵੀ ਹੈ, ਇਹਨੂੰ ਜੋਬ ਮਾਰਕੀਟ ਨਾਲ, ਇੰਡਸਟਰੀਜ਼ ਨਾਲ, ਡਿਫਰੈਂਟ ਇੰਡਸਟਰੀ ਨਾਲ ਜ਼ਿਆਦਾ ਇਹਦਾ ਲਿੰਕ ਹੋਏ, ਤਾਂ ਕਿ ਇੱਕ ਤਾਂ ਜਿਹੜੀ ਸਾਡੀ ਵੱਡੀ ਪ੍ਰੋਬਲਮ ਹੈ ਕਿ ਡਿਫਰੈਂਟ ਸੈਕਟਰ ਦੇ ਵਿੱਚ ਜਿਹੜੀ ਸ਼ਾਰਟੇਜ ਹੈ ਜੀ, ਜਦ ਤੱਕ ਉਹ ਦੂਰ ਨਹੀਂ ਹੁੰਦੀ ਉਹਦੇ ਨਾਲ ਉਹ ਸੈਕਟਰ ਗਰੋ ਨਹੀਂ ਕਰ ਸਕਦੇ, ਓਵਰਆਲ ਇਕੋਨਮੀ ਗਰੋ ਨਹੀਂ ਕਰ ਸਕਦੀ. ਦੂਸਰਾ, ਜਿਹੜੇ ਬੰਦਿਆਂ ਨੂੰ ਅਸੀਂ ਇਨਵਾਈਟ ਕਰ ਰਹੇ ਹਾਂ, ਬਜਾਏ ਇਹਦੇ ਕਿ ਉਹ ਕੰਪਲੇਂਟਸ ਕਰਨ ਆ ਕੇ ਲਾਈਨਾਂ ਲੰਬੀਆਂ ਫਟੀਨੋ ਦੇ ਬਾਹਰ ਲਾਉਣ ਜਾਂ ਮੈਕਡੋਨਲਡ ਦੇ ਬਾਹਰ ਲਾਉਣ, ਉਹ ਬੰਦੇ ਹੀ ਇਸ ਤਰ੍ਹਾਂ ਦੇ ਆਉਣ ਜਿਹੜੇ ਕਿ ਉਹ ਅਲੱਗ-ਅਲੱਗ ਸੈਕਟਰ ਦੀ ਜਿਹੜੀ ਡਿਮਾਂਡ ਹੈ ਉਹ ਪੂਰੀ ਕਰ ਸਕਣ. ਉਸ ਕਿਤੇ ਨਾ ਕਿਤੇ ਮਿਸਮੈਚ 'ਤੇ ਨਜ਼ਰ ਆ ਹੀ ਰਿਹਾ. ਮੈਂ ਮਤਲਬ ਤੁਸੀਂ ਬੋਲ ਰਹੇ ਸੀਗੇ ਤਾਂ ਮੈਂ ਅਗੇਨ ਆਈ ਪਿਕਡ ਅਪ ਅ ਲਾਈਨ ਕਿ ਜਦੋਂ ਫੋਰਟੀਨੋ ਜਾਂ ਬਾਕੀ ਕਈ ਰੀਟੇਲ ਸਟੋਰਾਂ ਵਿੱਚ ਅਸੀਂ ਦੇਖਿਆ ਕਿ ਲਾਈਨਾਂ ਲੱਗੀਆਂ ਸੀਗੀਆਂ. ਪਰ ਸਵਾਲ ਇਹ ਵੀ ਆਉਂਦਾ ਹੈ ਸ਼ਮੀਲ ਜੀ ਕਿ ਵੀ ਇਸ ਤਰ੍ਹਾਂ ਦੀਆਂ ਜਿਹੜੀਆਂ ਔਡ ਜੋਬਸ, ਜਿਹੜੀਆਂ ਕੈਸ਼ੀਅਰ ਜੋਬਸ ਹੈਗੀਆਂ ਆ, ਜਿਹੜੀਆਂ ਸਾਨੂੰ ਪਤਾ ਹੈ ਕਿ ਖਤਮ ਹੋ ਗਈਆਂ ਜਾਂ ਖਤਮ ਹੋ ਰਹੀਆਂ, ਉੱਥੋਂ ਹੀ ਕੋਈ ਲੱਗ ਰਹੀਆਂ. ਇੱਕ ਹੋਰ ਜਿਹੜੇ ਕਾਲਰਸ ਤੁਹਾਡੇ ਉਹਨਾਂ ਨੇ ਭੇਜਿਆ ਕਿ ਦੇ ਆਰ ਹਾਇਰਿੰਗ ਪੀਪਲ, ਉਸ ਕੰਪਨੀ ਵਿੱਚ ਕਿਉਂ ਨਹੀਂ ਲਾਈਨਾਂ ਲੱਗ ਰਹੀਆਂ? ਇਹਦਾ ਮਤਲਬ ਇਹੀ ਆ ਕਿ ਜਿਹੜੀਆਂ ਲਾਈਨਾਂ ਲਾ ਕੇ ਖੜ੍ਹੇ ਆ ਉਹਨਾਂ ਕੋਲ ਹੋਰ ਕੋਈ ਸਕਿੱਲਸ ਨਹੀਂ ਆ, ਉਹਨਾਂ ਨੂੰ ਪਤਾ ਹੀ ਨਹੀਂ ਹੈ ਕਿ ਹੋਰ ਕਿਹੜੇ ਸੈਕਟਰ ਨੇ ਜਿੱਥੇ ਜੋਬ ਦੀ ਪਤਾ ਵੀ ਨਹੀਂ ਆ ਤਾਂ ਹੈ ਵੀ ਨਹੀਂ. ਐਂਡ ਅਗੇਨ ਦੈਟ ਕਮਸ ਬੈਕ ਟੂ ਯੋਰ ਟੋਪਿਕ ਕਿ ਵੀ ਇਮੀਗ੍ਰੇਸ਼ਨ ਦੇ ਨਾਲ ਰਿਲੇਟਡ ਦ ਗਵਰਨਮੈਂਟ ਐਂਡ ਦ ਪ੍ਰਾਈਵੇਟ ਸੈਕਟਰ ਹੈਜ਼ ਟੂ ਵਰਕ ਟੂਗੈਦਰ. ਇਹਨਾਂ ਦੇ ਵਿੱਚ ਤਾਲਮੇਲ ਹੋਣਾ ਚਾਹੀਦਾ ਹੈ. ਦੈਨ ਥਿੰਗਸ ਮਾਈਟ ਗੋ ਇਨ ਟੂ ਦ ਰਾਈਟ ਡਾਇਰੈਕਸ਼ਨਸ. ਸੋ ਇੱਕ ਤਾਂ ਇਹ ਹੋ ਸਕਦਾ ਹੈ ਕਿ they have both of the parties has to work together.
ਕਿਉਂਕਿ ਵੈਸੇ ਵੀ ਦੇਖੋ ਨਾ, ਕੈਨੇਡਾ ਆਰਗੂਮੈਂਟ ਤਾਂ ਸਾਡੀ ਇਹੀ ਹੁੰਦੀ ਨਾ ਕਿ ਅਸੀਂ ਇਸ ਕਰਕੇ ਇਮੀਗ੍ਰੇਸ਼ਨ ਕਰਵਾ ਰਹੇ ਹਾਂ, ਕੋਈ ਇਹ ਤਾਂ ਹੈ ਨਹੀਂ ਕਿ ਦੁਨੀਆ ਤੇ ਆਸਾਨ ਕਰ ਰਹੇ ਹਾਂ ਜੀ, ਕਿ ਸਾਨੂੰ ਆਪਣੀ ਇਕੋਨਮੀ ਦੀ ਗਰੋਥ ਲਈ ਜੀ, ਸਹੀ ਸਕਿੱਲਸ ਵਾਲੇ ਵਰਕਰਸ ਦੀ ਜ਼ਰੂਰਤ ਹੈ ਜੀ, ਦੁਨੀਆ ਭਰ ਚੋਂ ਅਸੀਂ ਟੈਲੈਂਟ ਅਟਰੈਕਟ ਕਰ ਰਹੇ ਹਾਂ, ਨਾ ਕਿ ਬੇਰੁਜ਼ਗਾਰ। ਜੀ, ਬਿਲਕੁਲ, ਬਿਲਕੁਲ। ਤੇ ਜੇ ਟੈਲੈਂਟ ਅਟਰੈਕਟ ਕਰ ਰਹੇ ਹਾਂ ਤਾਂ ਇਹਦਾ ਜਿਹੜੀ ਇਹਦੀ ਸਿਲੈਕਸ਼ਨ ਦਾ ਪ੍ਰੋਸੈਸ ਹੈ, ਉਹ ਸਾਡੀ ਇੰਡਸਟਰੀ ਦੀਆਂ ਜਿਹੜੀਆਂ ਜ਼ਰੂਰਤਾਂ ਨੇ, ਜਿਹੜੇ ਡਿਫਰੈਂਟ ਸੈਕਟਰ ਨੇ ਇਕੋਨਮੀ ਦੇ, ਉਹਨਾਂ ਨਾਲ ਉਹਦਾ ਡਾਇਰੈਕਟਲੀ ਲਿੰਕ ਹੋਣਾ ਚਾਹੀਦਾ। ਇਹਦੇ ਕੋਈ ਬੈਟਰ ਸਿਸਟਮ ਹੋਣਾ ਚਾਹੀਦਾ। ਜੀ, ਜੀ, ਬਿਲਕੁਲ। ਔਰ ਜਿਹੜਾ ਸਟੂਡੈਂਟ ਪ੍ਰੋਗਰਾਮ ਹੈ ਉਹਨੂੰ ਤਾਂ ਬਹੁਤ ਈਜ਼ੀਲੀ ਕਨੈਕਟ ਕੀਤਾ ਜਾ ਸਕਦਾ। ਹਾਂਜੀ। ਪਰ ਜੇ ਤੁਸੀਂ ਹੁਣ ਸਰਕਾਰਾਂ ਲੌਬੀਜ਼ ਦੇ ਧੱਕੇ ਚੜ੍ਹ ਕੇ, ਕਦੇ ਕਈ ਲੌਬੀ, ਕੋਈ ਲੌਬੀ ਜਿਹੜਾ ਤੁਹਾਨੂੰ ਫੰਡ ਦੇ ਦਿੰਦਾ, ਤੇ ਤੁਸੀਂ ਅੰਨ੍ਹੇਵਾਹ ਇਮੀਗ੍ਰੇਸ਼ਨ ਕਰੀ ਜਾਓਗੇ, ਤੇ ਫਿਰ ਆਹ ਕੰਪਲੇਂਟਸ ਆਉਣੀਆਂ ਨੇ ਜਿਨ੍ਹਾਂ ਨਾਲ ਅਸੀਂ ਹੁਣ ਡੀਲ ਕਰ ਰਹੇ ਹਾਂ। ਆਈ ਥਿੰਕ ਅਗੇਨ ਮੈਂ ਪਹਿਲਾਂ ਵੀ ਕਈ ਵਾਰੀ ਸ਼ੇਅਰ ਕੀਤਾ ਸੀਗਾ ਆਪਣੇ ਵਿਊ ਕਿ ਆਈ ਥਿੰਕ ਇਟਸ ਰਿਕੁਆਇਰਸ ਸਮ ਰਿਫਾਰਮਸ, whole immigration program including students, and I think government must be looking into that as well ਕਿ ਉਹ ਵੀ ਉਹਨਾਂ ਨੂੰ ਵੀ ਪਤਾ ਹੈ ਕਿ this is how it is, ਕਿਉਂਕਿ Canada as a brand in the world stage ਦੇ ਵਿੱਚ Canada is not like underdeveloped countries ਜਾਂ developing countries। ਜੇ ਤੁਸੀਂ ਰਹਿਣ ਦੇ ਹਿਸਾਬ ਦੇ ਨਾਲ ਕੈਨੇਡਾ ਦਾ ਬ੍ਰਾਂਡ ਇਮੇਜ ਦੇਖੀਏ ਵਰਲਡ ਦੇ ਵਿੱਚ, ਤਾਂ ਮੇਰੇ ਖਿਆਲ ਦੂਸਰੇ ਤੀਸਰੇ ਨੰਬਰ 'ਤੇ ਹੋਊਗਾ ਆਫਟਰ ਸਵੀਡਨ ਐਂਡ ਆਲ ਦੈਟ। ਉਹ ਕਿਸੇ ਕਰਕੇ ਤਾਂ ਹੈਗਾ ਹੈ ਨਾ। ਐਂਡ ਦੈਨ ਵੀ ਆਲ ਐਜ਼ ਅ ਕੈਨੇਡੀਅਨ ਹੈਜ਼ ਦ ਰਿਸਪੋਂਸਿਬਿਲਿਟੀ ਟੂ ਮੇਨਟੇਨ ਦੈਟ ਬ੍ਰਾਂਡ। ਅਤੇ ਉਹਦੇ ਲਈ ਜ਼ਰੂਰੀ ਆ ਕਿ ਵੀ ਜਿਹੜੇ ਵੀ ਨਵੇਂ ਇਮੀਗ੍ਰੈਂਟਸ ਆ, ਅਸੀਂ ਵੀ ਜਦੋਂ ਆਉਂਦੇ ਹਾਂ, ਹੁਣ ਐਕਸਪੈਂਸਿਸ ਜੇ ਵੱਧ ਰਹੇ ਆ, ਰਿਸੈਸ਼ਨ ਹੋ ਰਿਹਾ ਜਾਂ ਮਹਿੰਗਾਈ ਵੱਧ ਰਹੀ ਆ, ਅਤੇ ਕੈਨੇਡਾ ਨੂੰ ਇਹ ਵੀ ਸੋਚਣਾ ਪੈਣਾ ਹੈ ਕਿ ਵੀ ਹੈਵ ਟੂ ਮੇਕ ਸ਼ੋਰ ਕਿ ਜੇ ਲੋਕਾਂ ਦਾ ਲਾਈਵਲੀਹੁੱਡ ਵੀ ਉਹਦੇ ਹਿਸਾਬ ਦੇ ਨਾਲ ਮੇਨਟੇਨ ਰਵੇ। ਦੈਟ ਮੀਨਸ ਕਿ ਉਹਨਾਂ ਦੀਆਂ ਵੇਜਸ ਵਧਣ, ਉਸ ਤਰ੍ਹਾਂ ਦੀਆਂ ਜੋਬਸ ਇੱਥੇ ਜਾਂ ਉਸ ਤਰ੍ਹਾਂ ਦੀਆਂ ਜੋਬਸ ਜਾਂ ਉਸ ਤਰ੍ਹਾਂ ਦੀਆਂ ਸਕਿੱਲਸ ਦੇ ਹਿਸਾਬ ਦੇ ਨਾਲ ਜਿਹੜੇ ਵੀ ਇੰਪਲੋਇਰਸ ਹੈ ਉਹ ਹਾਇਰ ਕਰਨ ਉੱਦਾਂ ਦੀਆਂ, ਅਤੇ ਜਿਹੜੀ ਲੋ ਪੇਡ ਜੋਬਸ ਹੈਗੀਆਂ ਉਹ ਇੱਥੋਂ ਵੈਨਿਸ਼ ਹੋਣ, ਦੈਨ ਓਨਲੀ ਦ ਥਿੰਗਸ ਵਿਲ ਕਮ। ਅਸੀਂ ਆਪਣੀ ਕਮਿਊਨਿਟੀ ਦੇ ਵਿੱਚ ਇਸ ਕਰਕੇ ਜ਼ਿਆਦਾ ਇੰਪੈਕਟ ਦੇਖ ਰਹੇ ਹਾਂ ਕਿਉਂਕਿ ਅਸੀਂ ਸਟਿਲ ਕੌਨਸਨਟਰੇਟਡ ਹੈਗੇ ਆ। ਸਾਨੂੰ ਉਹ ਪ੍ਰੋਬਲਮ ਛੇਤੀ ਦੱਸ ਪੈਂਦੀ ਆ, ਪਰ ਉਹ ਪ੍ਰੋਬਲਮ ਦੀ ਅਸੀਂ ਜੜ ਵੀ ਅਸੀਂ ਹਾਂ। ਸਹੀ ਗੱਲ ਹੈ। ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ। ਉਮੀਦ ਹੈ ਕਿ ਅਸਲ ਦੇ ਵਿੱਚ ਤਾਂ ਇਹ ਸਵਾਲ, ਜਿਹੜੀ ਗੱਲ ਜਿੱਥੇ ਅਸੀਂ ਛੱਡ ਰਹੇ ਹਾਂ, ਇਹ ਸਾਡੇ ਪੋਲੀਟੀਸ਼ੀਅਨਾਂ ਵਾਸਤੇ ਹੈ ਕਿ ਉਹਨਾਂ ਨੂੰ ਇਹ ਜਿਹੜੀ ਪ੍ਰੋਬਲਮ ਹੈ, ਇਹਦੇ ਬਾਰੇ ਕੋਈ ਨਾ ਕੋਈ ਸੋਲੂਸ਼ਨ ਆਫਰ ਕਰਨੇ ਚਾਹੀਦੇ ਆ ਕਿ ਕਿਵੇਂ ਇਹ ਪ੍ਰੋਬਲਮ ਠੀਕ ਹੋ ਸਕਦੀ। ਨਹੀਂ ਤਾਂ ਫਿਰ ਜਿਹੜੀਆਂ ਸ਼ਿਕਾਇਤਾਂ ਕਿਸੇ ਸਮਾਜ ਦੇ ਵਿੱਚ, ਜਿਹੜੀਆਂ ਬਹੁਤ ਜ਼ਿਆਦਾ ਸ਼ਿਕਾਇਤਾਂ ਹੋਣਾ ਵੀ ਓਵਰਆਲ ਚੰਗਾ ਨਹੀਂ ਰਹਿੰਦਾ। ਜੀ, ਜੀ, ਬਿਲਕੁਲ, ਬਿਲਕੁਲ। ਐਗਰੀ। ਬਹੁਤ ਸ਼ੁਕਰੀਆ ਜੀ। ਥੈਂਕ ਯੂ।